एवरीवन। अज आप करांगे 5th चैप्टर आर्टिफिशियल इंटैलीजेंस दे विच गल कीती जानी है। तो चैप्टर हैगा अपना आर्टिफिशियल इंटैलीजेंस एंड एक्सपर्ट सिस्टम्स। सो ये आप देखेंगे आर्टिफिशियल इंटैलीजेंस होंदी की है। आर्टिफिशियल लाइक इनू आप पंजाबी जे आप गल करिए आर्टिफिशियल मतलब बनावटी, इंटैलीजेंस हुशियारी। तो जिस तरीके दे नाल ह्यूमन बीइंग्स, जिस तरीके दे नाल मनुख, जिस तरीके दे नाल असी काम करते हैं उस तरीके दे नाल ही जिहड़ी आर्टिफिशियल टैक्नोलॉजी हैगी आ ये काम करती हैगी आ। ते इहदे विच की है किहड़े मेन पॉइंट्स हैगे आ इहदे विच वो आपां देखांगे। ते आर्टिफिशियल इंटैलीजेंस जिहड़ी कंप्यूटर साइंस दी ही एक ब्रांच हैगी आ। ते इहदी हैल्प दे नाल जिहड़ियां मशीनां हैगियां ਉਹ ਮਨੁੱਖਾਂ ਦੀ ਤਰ੍ਹਾਂ ਹੀ ਕੰਮ ਕਰਦੀਆਂ ਹੈ। ਇੱਥੋਂ ਤੱਕ ਕਿ ਜੋ ਕੰਮ ਮਨੁੱਖ ਨਹੀਂ ਕਰ ਸਕਦੇ, ਜਿਸ ਇਨਵਾਇਰਮੈਂਟ ਦੇ ਵਿੱਚ ਮਨੁੱਖ ਨਹੀਂ ਜਾ ਸਕਦੇ, ਉੱਥੇ ਆ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹ ਹੈਲਪ ਕਰਦੀ ਆ, ਉਹ ਉਸ ਇਨਵਾਇਰਮੈਂਟ ਦੇ ਵਿੱਚ ਕੰਮ ਕਰ ਸਕਦੀ ਆ। ਅਤੇ ਇਹ ਇੱਕ ਸੌਫਟਵੇਅਰ ਟੈਕਨੋਲੋਜੀ ਆ ਜਿਹਨੇ ਕਿ ਰੋਬੋਟ ਬਣਾਏ ਤੇ ਜਾਂ ਫਿਰ ਕੰਪਿਊਟਰ ਆ ਜਿਹੜਾ ਉਹ ਐਕਟ ਕਰਦਾ ਹੈ, ਮਨੁੱਖਾਂ ਦੀ ਤਰ੍ਹਾਂ ਸੋਚਦਾ ਹੈ, ਮਨੁੱਖਾਂ ਦੀ ਤਰ੍ਹਾਂ ਕੋਈ ਵੀ ਕੰਮ ਕਰਦਾ ਹੈ। ਤੇ ਇਹ ਜਿਹੜੀ ਟਰਮ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹਦੀ ਸ਼ਾਰਟ ਫਾਰਮ ਹੈਗੀ ਆ AI, ਇਹ ਅਮਰੀਕਨ ਕੰਪਿਊਟਰ ਸਾਇੰਟਿਸਟ ਜਿਨ੍ਹਾਂ ਦਾ ਨਾਮ ਜੌਨ ਮੈਕਕਾਰਥੀ ਉਹਨਾਂ ਨੇ ਇਹਨੂੰ ਇਜਾਦ ਕੀਤਾ, ਡਿਵੈਲਪ ਕੀਤਾ 1956 ਦੇ ਵਿੱਚ। ਤੇ ਡੈਨਮਾਰਕ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹਦਾ ਨੇਮ ਆ ਜਿਹੜਾ ਉਹ ਡਿਸਕ੍ਰਾਈਬ ਕੀਤਾ, ਦੱਸਿਆ, ਡਿਵੈਲਪ ਕੀਤਾ। ਤੇ ਉਹਨਾਂ ਨੂੰ ਫਾਦਰ ਆਫ AI ਕਿਹਾ ਜਾਂਦਾ ਹੈ ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਪਿਤਾਮਾ ਮੰਨਿਆ ਜਾਂਦਾ ਹੈ ਜੌਨ ਮੈਕਕਾਰਥੀ ਨੂੰ। ਉਸ ਤੋਂ ਬਾਅਦ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਹੁੰਦੀ ਕੀ ਹੈ। ਵੈਸੇ ਮੈਂ ਤੁਹਾਨੂੰ ਇਹ ਚੀਜ਼ ਬੋਲ ਹੀ ਚੁੱਕੀ ਹਾਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਉਹ ਮਸ਼ੀਨਾਂ ਦੇ ਵਿੱਚ ਕੰਪਿਊਟਰ ਦੀ ਪ੍ਰੋਗਰਾਮਿੰਗ ਦੇ ਦੁਆਰਾ ਉਹ ਸਾਰੇ ਕੰਮ ਆ ਜਿਹੜੇ ਪਾ ਦਿੱਤੇ ਜਾਂਦੇ ਆ ਅਤੇ ਉਹ ਹਿਊਮਨ ਬੀਇੰਗਸ ਦੀ ਤਰ੍ਹਾਂ ਹੀ ਜਿਹੜੇ ਰੋਬੋਟ ਆ ਜਾਂ ਕੋਈ ਵੀ ਮਸ਼ੀਨ ਹੈਗੀ ਆ ਉਹ ਕੰਮ ਕਰਦੀ ਆ। ਅਤੇ ਅੱਜ ਹਰ ਇੱਕ ਫੀਲਡ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾ ਰਿਹਾ ਹੈਗਾ, ਚਾਹੇ ਉਹ ਕੋਈ ਵੀ ਫੀਲਡ ਆ, ਚਾਹੇ ਉਹ ਸਾਡੀ ਫੋਰਸ ਹੈਗੀ ਆ, ਚਾਹੇ ਉਹ ਸਾਡਾ ਹੌਸਪੀਟਲ ਹੈਗਾ ਏ, ਚਾਹੇ ਕੋਈ ਵੀ ਇਨਵਾਇਰਮੈਂਟ ਹੈਗਾ ਏ ਜਿੱਥੇ ਅਸੀਂ ਨਹੀਂ ਜਾ ਸਕਦੇ ਗੇ ਉੱਥੇ ਇਹਨਾਂ ਤੋਂ ਕੰਮ ਲਿਆ ਜਾਂਦਾ ਏ। ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਰੈਫਰ ਕਰਦੀ ਆ ਇੰਟਲੈਕਚੁਅਲ ਐਬਿਲਿਟੀ ਨੂੰ, ਜਿਹੜੀ ਕਿ ਇੱਕ ਆਰਟੀਫਿਸ਼ੀਅਲ ਤਰੀਕਾ ਦਿੰਦੀ ਆ ਜਿਹਦੇ ਨਾਲ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ। ਅਤੇ ਇਹਦੇ ਵਿੱਚ ਕੰਪਿਊਟਰ ਸਾਇੰਸ, ਨੈਚੁਰਲ ਲੈਂਗੁਏਜ ਪ੍ਰੋਸੈਸਿੰਗ, ਮੈਥ, ਸਾਈਕੋਲੋਜੀ, ਨਿਊਰੋ ਸਾਇੰਸ, ਡਾਟਾ ਸਾਇੰਸ, ਮਸ਼ੀਨ ਲਰਨਿੰਗ ਅਤੇ ਬਹੁਤ ਸਾਰੀਆਂ ਹੋਰ ਵਿਸ਼ੇ ਆ ਜਿਹੜੇ ਉਹ ਵੀ ਆ ਜਾਂਦੇ ਆ ਜਿਨ੍ਹਾਂ ਦੀ ਹੈਲਪ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈਗੀ ਆ ਉਹ ਬਣਾਈ ਜਾਂਦੀ ਆ। ਅਤੇ ਇਹ ਦੋ ਵਰਡਸ ਤੋਂ ਮਿਲ ਕੇ ਬਣਿਆ ਹੈ ਆਰਟੀਫਿਸ਼ੀਅਲ ਪਲੱਸ ਇੰਟੈਲੀਜੈਂਸ। ਆਰਟੀਫਿਸ਼ੀਅਲ ਤੁਸੀਂ ਸਮਝ ਹੀ ਸਕਦੇ ਹੋ ਮੈਨ ਮੇਡ ਆ ਜਿਹੜਾ ਮਨੁੱਖ ਦੁਆਰਾ ਬਣਾਈ ਗਈ ਕੋਈ ਵੀ ਚੀਜ਼ ਆ। ਅਤੇ ਇੰਟੈਲੀਜੈਂਸ ਆ ਜਿਹੜੀ ਉਹ ਕੈਪੈਸਿਟੀ ਜਿਹੜੇ ਸਾਡੇ ਮਾਇੰਡ ਦੇ ਸੋਚਣ ਦੀ ਸਮਰੱਥਾ ਹੁੰਦੀ ਹੈ ਜਿਹੜੀ ਕਿ ਅਸੀਂ ਮਸ਼ੀਨਾਂ ਦੇ ਵਿੱਚ ਸੈਂਡ ਕਰਦੇ ਹਾਂ ਇਸ ਇੰਟੈਲੀਜੈਂਸ ਨੂੰ, ਅਤੇ ਜਿਹਦੇ ਦੁਆਰਾ ਕੋਈ ਵੀ ਕੰਮ ਆ ਉਹ ਕੀਤਾ ਜਾ ਸਕਦਾ ਹੈ। ਨੈਕਸਟ ਟਾਈਪਸ ਆਫ AI, ਮਤਲਬ AI ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਟਾਈਪਸ ਕਿਹੜੀਆਂ ਹੈ। ਬਹੁਤ ਸਾਰੀਆਂ ਟਾਈਪਸ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ, ਪਰ ਬੇਸਡ ਅਪੋਨ ਦਾ ਇਹਦੀਆਂ ਕੈਪੇਬਿਲਿਟੀਜ਼ 'ਤੇ ਡਿਪੈਂਡ ਕਰਦਾ ਹੈ, ਇਹਦੀ ਫੰਕਸ਼ਨਿੰਗ 'ਤੇ ਡਿਪੈਂਡ ਕਰਦਾ ਹੈ, ਇਹਦੀਆਂ ਜ਼ਰੂਰਤਾਂ 'ਤੇ ਡਿਪੈਂਡ ਕਰਦਾ ਹੈ। ਅਤੇ ਉਹਦੇ ਅਕੋਰਡਿੰਗ ਇਹਦੀਆਂ ਦੋ ਕਿਸਮਾਂ ਹੈ, ਟਾਈਪ 1 ਅਤੇ ਟਾਈਪ 2, ਜਿਹੜੀਆਂ ਅੱਗੇ ਸਬ ਟਾਈਪਸ ਦੇ ਵਿੱਚ ਵੰਡੀਆਂ ਹੋਈਆਂ ਹੈ। ਅਤੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਟਾਈਪ 1 ਦੀ। ਟਾਈਪ 1 ਆ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਇਹ ਉਸ ਕੈਪੇਬਿਲਿਟੀ 'ਤੇ ਬੇਸਡ ਹੈਗੀ ਆ ਜਿਹਦੇ ਵਿੱਚ ਕੰਪੈਰੀਜ਼ਨ ਕੀਤੇ ਜਾਂਦੇ ਆ ਹਿਊਮਨ ਬੀਇੰਗਸ ਦੇ ਨਾਲ। ਅਤੇ ਇਹਦੇ ਵਿੱਚ ਲੈਵਲ ਆ ਜਿਹੜਾ ਇੰਟੈਲੀਜੈਂਸ ਦਾ ਉਹ ਡਿਜੀਟਲ ਕੰਪਿਊਟਰ ਦੇ ਅਕੋਰਡਿੰਗ ਜਾਂ ਮਸ਼ੀਨਾਂ ਦੇ ਅਕੋਰਡਿੰਗ ਦੇਖਿਆ ਜਾਂਦਾ ਹੈ। ਅਤੇ ਇਹਦੇ ਵਿੱਚ ਅੱਗੇ ਇਹਦੀਆਂ 3 ਸਬ ਟਾਈਪਸ ਆ ਜਾਂਦੀਆਂ ਹੈ, ਨੈਰੋ AI, ਜਨਰਲ AI ਅਤੇ ਸਟਰੋਂਗ AI। ਨੈਰੋ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਇਹ ਅਜਿਹੀ ਟਾਈਪ ਆ ਇੰਟੈਲੀਜੈਂਸ ਦੀ ਜਿਹਦੇ ਵਿੱਚ ਕਿਸੇ ਖਾਸ ਕੰਮ ਨੂੰ, ਕਿਸੇ ਖਾਸ ਟਾਸਕ ਨੂੰ ਕਰਨ ਦੇ ਲਈ ਇਹ ਵਾਲੀ ਜਿਹੜੀ ਕਿਸਮ ਹੈ ਉਹ ਵਰਤੀ ਜਾਂਦੀ ਹੈ, ਇਹ ਵਾਲੀ ਜਿਹੜੀ ਇੰਟੈਲੀਜੈਂਸ ਹੈ ਉਹ ਵਰਤੀ ਜਾਂਦੀ ਆ। ਇਹ ਸਿਰਫ ਇੱਕ ਸਿੰਗਲ ਟਾਸਕ ਨੂੰ ਕਰਨ 'ਤੇ ਹੀ ਯੂਜ਼ ਕੀਤੀ ਜਾਂਦੀ ਹੈ। ਜਦੋਂ ਕੋਈ ਸਿੰਗਲ ਕੰਮ ਕਰਨਾ ਹੁੰਦਾ ਹੈ, ਕੋਈ ਖਾਸ ਤਰ੍ਹਾਂ ਦਾ ਕੰਮ ਕਰਨਾ ਹੁੰਦਾ ਹੈ ਤਾਂ ਉਦੋਂ ਇਹਨੂੰ ਯੂਜ਼ ਕੀਤਾ ਜਾਂਦਾ ਹੈ ਅਤੇ ਇਹਨੂੰ ਵੀਕ AI ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਸੈਕਿੰਡ ਹੈ ਸਾਡੇ ਕੋਲ ਜਨਰਲ ਆਰਟੀਫਿਸ਼ੀਅਲ ਇੰਟੈਲੀਜੈਂਸ।
ਜਨਰਲ ਆਰਟੀਫਿਸ਼ਲ ਇੰਟੈਲੀਜੈਂਸ ਆ ਜਿਹੜੀ ਇੰਟੈਲੀਜੈਂਸ ਦੀ ਉਹ ਕਿਸਮ ਆ ਜਿਹਦੇ ਵਿੱਚ ਕੰਪਿਊਟਰ ਸਿਸਟਮ ਆ ਜਿਹੜਾ ਉਹ ਹੋਰ ਵੀ ਜਨਰਲਾਈਜ਼ਡ ਟਾਸਕ ਆ ਜਿਹੜੇ ਦਿੱਤੇ ਹੋਏ ਉਹਨਾਂ ਨੂੰ ਪਰਫਾਰਮ ਕਰਵਾ ਸਕਦਾ ਹੈ, ਜਿਵੇਂ ਕਿ ਮਨੁੱਖ ਕੰਮ ਕਰ ਸਕਦੇ ਉਸੇ ਤਰੀਕੇ ਦੇ ਨਾਲ ਜਿਹੜੀ ਜਨਰਲ ਆਰਟੀਫਿਸ਼ਲ ਇੰਟੈਲੀਜੈਂਸ ਆ ਉਹ ਕੰਮ ਕਰਦੀ ਆ। ਅਤੇ ਇਹਦੇ ਕੋਲ ਇਕੁਅਲ ਐਫੀਸ਼ੈਂਸੀ ਆ ਹਿਊਮਨ ਦੀ ਤਰ੍ਹਾਂ ਹੀ, ਜਿਵੇਂ ਮਨੁੱਖ ਆ ਜਿਹੜੇ ਕੰਮ ਕਰਦੇ ਆ। ਅਤੇ ਇਹ ਬਹੁਤ ਜ਼ਿਆਦਾ ਕੰਪਲੈਕਸ ਆ, ਉੱਪਰਲੀ ਜਿਹੜੀ ਆਪਾਂ ਪੜ੍ਹ ਕੇ ਆਏ ਆ ਨੈਰੋ AI ਦੇ ਨਾਲੋਂ ਜ਼ਿਆਦਾ ਕੰਪਲੈਕਸ ਆ ਇਹ। ਸੋ ਇਹ ਜਿਹੜੇ ਹਿਊਮਨ ਦੀ ਤਰ੍ਹਾਂ ਜਿਹੜੇ ਵੀ ਟਾਸਕ ਹੈਗੇ ਆ ਉਹਨਾਂ ਨੂੰ ਪਰਫਾਰਮ ਕਰ ਸਕਦੀ ਆ। ਥਰਡ ਜਿਹੜੀ AI ਹੈਗੀ ਆ ਉਹ ਸਟਰੋਂਗ ਆਰਟੀਫਿਸ਼ਲ ਇੰਟੈਲੀਜੈਂਸ ਆ, ਅਤੇ ਇਹ ਜਿਹੜਾ ਇਹਦਾ ਲੈਵਲ ਹੈਗਾ ਹੈ ਉੱਪਰਲੇ ਦੋਵਾਂ ਦੇ ਨਾਲੋਂ ਜ਼ਿਆਦਾ ਵਧੀਆ ਹੈਗਾ ਹੈ, ਅਤੇ ਇਹ ਪਰਫਾਰਮ ਕਰਦੀ ਹੈ ਕਿਸੇ ਵੀ ਟਾਸਕ ਨੂੰ ਮਨੁੱਖਾਂ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ। ਮਤਲਬ ਜਿੱਥੇ ਮਨੁੱਖ ਨਹੀਂ ਕੰਮ ਕਰ ਸਕਦੇ, ਜੋ ਕੰਮ ਮਨੁੱਖ ਨਹੀਂ ਕਰ ਸਕਦੇ, ਉਹ ਸਟਰੋਂਗ ਆਰਟੀਫਿਸ਼ਲ ਇੰਟੈਲੀਜੈਂਸ ਦੇ ਦੁਆਰਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰ ਲਿਆ ਜਾਂਦਾ ਹੈ। ਜਿਵੇਂ ਕਿ ਇਹ ਐਬਿਲਿਟੀ ਇਹਦੇ ਕੋਲ ਥਿੰਕ ਕਰਨ ਦੀ, ਰੀਜ਼ਨਿੰਗ ਦੀ, ਕਿਸੇ ਵੀ ਪਜ਼ਲ ਨੂੰ ਸੋਲਵ ਕਰਨ ਦੀ, ਕੋਈ ਵੀ ਜੱਜਮੈਂਟ ਦੇਣ ਦੀ, ਕਮਿਊਨੀਕੇਟ ਆਪਣੇ ਆਪ ਕਰਨ ਦੀ, ਆਪਣੇ ਆਪ ਸਿੱਖਣ ਦੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਇੰਟੈਲੀਜੈਂਸ ਦੇ ਕੋਲ ਹੈਗੀਆਂ ਹੈ। ਨੈਕਸਟ ਗੱਲ ਕਰਦੇ ਹਾਂ ਆਪਾਂ ਜੋ ਟਾਈਪ 2 ਹੈਗੀ ਆ। ਟਾਈਪ 2 ਜਿਹੜੀ ਇੰਟੈਲੀਜੈਂਸ ਆ ਇਹ ਬੇਸਡ ਹੈਗੀ ਆ ਫੰਕਸ਼ਨੈਲਿਟੀ 'ਤੇ ਕੈਪੇਬਿਲਿਟੀ 'ਤੇ। ਕਿਹਦੀ ਕੈਪੇਬਿਲਿਟੀ 'ਤੇ? ਜਿਵੇਂ ਕਿ ਹਿਊਮਨ ਬੀਇੰਗਸ ਆ ਜਿਹੜਾ ਉਹਦੇ ਕੰਪੈਰੇਟਿਵਲੀ ਇਹਦੇ ਜਿਹੜੇ ਕੰਮ ਹੈਗੇ ਆ ਉਹ ਜ਼ਿਆਦਾ ਵਧੀਆ ਹੈਗੇ ਆ, ਕੈਪੇਬਲ ਹੈਗੀ ਆ ਇਹ। ਅਤੇ ਇਹਨੂੰ ਅੱਗੇ 4 ਕੈਟੇਗਰੀਜ਼ ਦੇ ਵਿੱਚ ਵੰਡਿਆ ਗਿਆ ਹੈ ਕਿ ਇਹ ਰਿਐਕਟਿਵ ਮਸ਼ੀਨਸ ਆ, ਇਹਦੇ ਵਿੱਚ ਲਿਮਿਟਿਡ ਮੈਮਰੀ ਹੁੰਦੀ ਹੈ, ਇਹਦੀ ਥਿਊਰੀ ਆਫ ਮਾਈਂਡ ਹੈ, ਇਹਦੇ ਕੋਲੇ ਸੈਲਫ ਅਵੇਅਰਨੈਸ ਆ ਇਹਦੇ ਵਿੱਚ। ਅਤੇ ਸਭ ਤੋਂ ਪਹਿਲਾਂ ਹੈਗੀ ਆ ਰਿਐਕਟਿਵ ਮਸ਼ੀਨਸ। ਰਿਐਕਟਿਵ ਮਸ਼ੀਨਸ ਇਹ ਜਿਹੜੀਆਂ ਹੈਗੀਆਂ ਇਹ ਬੇਸਿਕਸ ਹੁੰਦੇ ਆ ਜਿਹਦੇ ਵਿੱਚ ਆਪਾਂ ਜਿਹੜੀ ਕੋਈ ਵੀ ਮੈਮਰੀ ਨਹੀਂ ਹੁੰਦੀਗੀ, ਮਤਲਬ ਆਪਾਂ ਕਿਸੇ ਚੀਜ਼ ਨੂੰ ਕਿਸੇ ਵੀ ਤਰੀਕੇ ਨਾਲ ਸਟੋਰ ਕਰਕੇ ਨਹੀਂ ਰੱਖ ਸਕਦੇ। ਜਿਹੜੇ ਪਾਸਟ ਐਕਸਪੀਰੀਅੰਸ ਹੈਗੇ ਆ ਜਾਂ ਪਾਸਟ ਦੇ ਵਿੱਚ ਜਿਹੜਾ ਕੰਮ ਹੈਗਾ ਇਹ ਐਕਸ਼ਨ ਹੈਗੇ ਆ ਉਹ ਸਟੋਰ ਨਹੀਂ ਕੀਤੇ ਜਾ ਸਕਦੇ ਇਹਦੀ ਮੈਮਰੀ ਦੇ ਵਿੱਚ। ਇਹਨਾਂ ਮਸ਼ੀਨਾਂ ਦੀ ਮੈਮਰੀ ਦੇ ਵਿੱਚ ਅਸੀਂ ਕੋਈ ਵੀ ਸਟੋਰ ਨਹੀਂ ਕਰ ਸਕਦੇ। ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਲਿਮਿਟਿਡ ਮੈਮਰੀ ਮਸ਼ੀਨਸ। ਇਹਦੀ ਜਿਹੜੀ ਮੈਮਰੀ ਆ ਉਹ ਲਿਮਿਟਿਡ ਆ, ਮਤਲਬ ਸ਼ਾਰਟ ਟਾਈਮ ਦੇ ਲਈ ਥੋੜ੍ਹੇ ਟਾਈਮ ਦੇ ਲਈ ਜਿਹੜਾ ਡਾਟਾ ਹੈਗਾ ਹੈ ਉਹ ਇਹਨਾਂ ਮਸ਼ੀਨਾਂ ਦੇ ਵਿੱਚ ਸਟੋਰ ਕਰਕੇ ਰੱਖਿਆ ਜਾ ਸਕਦਾ। ਜਿਵੇਂ ਕਿ ਬਹੁਤ ਸਾਰੀਆਂ ਸੈਲਫ ਡਰਾਈਵਿੰਗ ਕਾਰਸ ਹੈਗੀਆਂ ਹੈ, ਉਹਨਾਂ ਦੇ ਵਿੱਚ ਇਹ ਟੈਕਨੋਲੋਜੀ ਆ ਜਿਹੜੀ ਯੂਜ਼ ਕੀਤੀ ਜਾਂਦੀ ਆ। ਉਹਨਾਂ ਦੀ ਸਪੀਡ ਆ ਜਿਹੜੀ ਮਤਲਬ ਉਹਦੇ ਨੇੜੇ ਕੋਈ ਹੋਰ ਕਾਰ ਆ ਰਹੀ ਹੋਵੇ ਉਹਦੀ ਸਪੀਡ ਨੂੰ ਮਾਪਿਆ ਜਾ ਸਕਦਾ ਹੈ, ਡਿਸਟੈਂਸ ਕਿੰਨੀ ਹੈਗੀ ਆ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਇਹ ਸਟੋਰ ਥੋੜ੍ਹੇ ਸਮੇਂ ਦੇ ਲਈ ਕਰਕੇ ਰੱਖ ਸਕਦੀ ਹੈ। ਜਿਵੇਂ ਸੈਲਫ ਡਰਾਈਵਿੰਗ ਕਾਰ ਦੇ ਵਿੱਚ ਜਿਹੜੀ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਆ ਉਹ ਇਹਦੇ ਅਕੋਰਡਿੰਗ ਇਹਦੇ ਵਿੱਚ ਆ ਜਾਂਦੀ ਆ। ਥਿਊਰੀ ਆਫ ਮਾਈਂਡ ਦੀ ਗੱਲ ਕਰਦੇ ਹਾਂ, ਅਤੇ ਜਿਹੜਾ ਇਹ ਆਈਡੀਆ ਹੈ ਇਸ ਆਰਟੀਫਿਸ਼ਲ ਇੰਟੈਲੀਜੈਂਸ ਦਾ, ਇਹਦੇ ਵਿੱਚ ਇਮੋਸ਼ਨਸ ਨੂੰ ਅੰਡਰਸਟੈਂਡ ਕਰਨ ਦੀ ਕੈਪੇਬਿਲਿਟੀ ਹੈਗੀ ਆ। ਲੋਕਾਂ ਦੇ ਵਿਸ਼ਵਾਸਾਂ ਨੂੰ, ਲੋਕਾਂ ਦੀ ਕੀ ਰਿਐਕਟ ਕਰਦੇ ਹੈਗੇ ਆ, ਕੀ ਸੋਚਦੇ ਹੈਗੇ ਆ, ਉਹ ਸਾਰੀਆਂ ਚੀਜ਼ਾਂ ਇਹਦੇ ਇਸ ਮਾਈਂਡ ਦੇ ਵਿੱਚ, ਇਸ ਥਿਊਰੀ ਆਫ ਮਾਈਂਡ ਜਿਹੜੀ ਹੈਗੀ ਆ ਟਾਈਪ ਇਹਦੇ ਵਿੱਚ ਆ ਜਾਂਦੀਆਂ ਏ। ਅਤੇ ਜਿਹੜਾ ਕਿ ਇਹਦਾ ਨੇਮ ਹੈਗਾ ਥਿਊਰੀ ਆਫ ਮਾਈਂਡ ਇਸੇ ਕਰਕੇ ਰੱਖਿਆ ਗਿਆ ਹੈ ਕਿਉਂਕਿ ਇਹਦੇ ਵਿੱਚ ਸੋਚਣ ਦੀ ਸਮਰੱਥਾ ਹੈ। ਇਹ ਹੈਗਾ ਕੰਸੈਪਟ ਅੰਡਰਸਟੈਂਡਿੰਗ ਦਾ, ਬਿਹੇਵੀਅਰ ਦਾ, ਜਿਵੇਂ ਕਿ ਮਨੁੱਖ ਬਿਹੇਵ ਕਰਦੇ ਆ, ਰਿਐਕਟ ਕਰਦੇ ਆ, ਉਹ ਸਾਰਾ ਕੁਛ ਇਹਦੇ ਵਿੱਚ ਆਉਂਦਾ ਹੈ। ਅਤੇ ਇਹ ਕਹਿੰਦੇ ਕਿ ਹਜੇ ਤੱਕ ਕਹਿੰਦੇ ਨੋ ਸੱਚ ਮਸ਼ੀਨ ਇਜ਼ ਕੰਪਲੀਟਲੀ ਡਿਵੈਲਪਡ। ਇਹ ਅਜੇ ਤੱਕ ਇਸ ਮਸ਼ੀਨ ਨੂੰ ਡਿਵੈਲਪ ਨਹੀਂ ਕੀਤਾ ਗਿਆ ਹੈਗਾ, ਬਟ ਸਿਰਫ ਐਫਰਟ ਲਾਏ ਜਾ ਰਹੇ ਆ ਇਹਨਾਂ ਮਸ਼ੀਨਾਂ ਨੂੰ ਬਣਾਉਣ ਦੇ ਜਿਹਦੇ ਵਿੱਚ ਸੋਚਣ ਦੀ ਸ਼ਕਤੀ ਵੀ ਪਾਈ ਜਾ ਸਕੇ ਆਪਣੇ ਆਪ। ਨੈਕਸਟ ਹੈ ਸੈਲਫ ਅਵੇਅਰਨੈਸ, ਆਪਣੇ ਆਪ ਜਾਗਰੂਕਤਾ ਲਿਆਉਣ ਦੀ, ਮਤਲਬ ਆਪਣੇ ਆਪ ਜੋ ਚੀਜ਼ ਪਤਾ ਲੱਗ ਜੇ। ਇਹ ਜਿਹੜੀਆਂ ਮਸ਼ੀਨਾਂ ਹੈ ਇਹਦੇ ਵਿੱਚ ਕੰਸੈਪਟ ਆ ਜਿਹੜਾ ਫਿਊਚਰ ਦਾ ਹੀ ਪਤਾ ਲਗਾਇਆ ਜਾ ਸਕੇ, ਅਤੇ ਇਹਨਾਂ ਨੂੰ ਵੀ ਹਜੇ ਤੱਕ ਡਿਵੈਲਪ ਨਹੀਂ ਕੀਤਾ ਗਿਆ। ਅਤੇ ਬਟ ਇਹਨਾਂ 'ਤੇ ਵਰਕ ਚੱਲ ਰਿਹਾ ਹੈ ਕਿ ਫਿਊਚਰ ਜੋ ਕੁਛ ਫਿਊਚਰ ਦੇ ਵਿੱਚ ਹੋਣ ਵਾਲਾ ਹੈ ਉਸ ਚੀਜ਼ ਦਾ ਪਹਿਲਾਂ ਤੋਂ ਹੀ ਅਸੀਂ ਪਤਾ ਲਗਾ ਸਕੀਏ। ਜਿਵੇਂ ਕਿ ਸੈਂਟੀਮੈਂਟਸ ਕੀ ਹੈਗੇ ਮਨੁੱਖਾਂ ਦੇ, ਸੈਲਫ ਅਵੇਅਰਨੈਸ ਸਾਡੇ ਵਿੱਚ ਜਿਹੜੀ ਹੁੰਦੀ ਆ, ਸੁਪਰ ਸਾਡੀ ਇੰਟੈਲੀਜੈਂਸ ਹੈਗੀ ਆ ਉਹ ਵੀ ਸੁਪਰ ਬਣ ਜੇ, ਇੰਟੈਲੀਜੈਂਸ ਹੈ ਜਿਹੜੀ ਸੁਪਰ ਹੋ ਜੇ, ਕੌਨਸ਼ੀਅਸਨੈਸ ਸਾਡਾ ਜਿਹੜਾ ਹੈਗਾ ਉਹ ਵੀ ਵੱਧ ਜੇ। ਤਾਂ ਇਹ ਸਾਰੀਆਂ ਚੀਜ਼ਾਂ ਦੇ ਲਈ ਇਹ ਟੈਕਨੋਲੋਜੀ ਆ ਜਿਹੜੀ ਇਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇਹਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਅਤੇ ਪਰ ਇਹ ਵੀ ਇਸ ਟੈਕਨੋਲੋਜੀ ਦੇ ਵਿੱਚ, ਇਹ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਆਉਂਦੀ ਆ। ਨੈਕਸਟ
ਇੰਪੋਰਟੈਂਸ ਆਫ AI ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕੀ ਇੰਪੋਰਟੈਂਸ ਹੈਗੀ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਕਿ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀ ਆ। ਅੱਜ ਦੇ ਜੇ ਆਪਾਂ ਦਿਨਾਂ ਦੀ ਗੱਲ ਕਰੀਏ, ਹੁਣ ਦੇ ਦਿਨਾਂ ਦੀ ਗੱਲ ਕਰੀਏ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਬਹੁਤ ਵੱਡੇ ਲੈਵਲ 'ਤੇ ਯੂਜ਼ ਕੀਤੀ ਜਾ ਰਹੀ ਹੈਗੀ ਆ। ਹਰ ਇੱਕ ਫੀਲਡ ਦੇ ਵਿੱਚ, ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਫੀਲਡ ਹੋਵੇ, ਚਾਹੇ ਕੋਈ ਰੈਸਟੋਰੈਂਟ ਹੋਵੇ, ਚਾਹੇ ਕੋਈ ਹੈਲਥ ਰਿਲੇਟਡ ਹੋਵੇ, ਹੌਸਪੀਟਲ ਸਰਜਰੀਆਂ ਤੱਕ ਇਹਦੀ ਮਦਦ ਦੇ ਨਾਲ ਕੀਤੀਆਂ ਜਾਂਦੀਆਂ ਏ। ਅਤੇ ਆਰਮੀ ਦੇ ਵਿੱਚ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ, ਮੌਸਮ ਵਿਭਾਗ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ, ਸਾਡੀ ਸਿਕਿਉਰਿਟੀ ਪਰਪਸ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕੀਤਾ ਜਾਂਦਾ ਹੈ। ਤਾਂ ਉਹ ਕਿਹੜੇ ਖੇਤਰ ਆ ਜਿੱਥੇ ਇਹਨੂੰ ਯੂਜ਼ ਕੀਤਾ ਜਾਂਦਾ, ਵੈਸੇ ਮੈਂ ਬੋਲ ਕੇ ਦੱਸ ਹੀ ਦਿੱਤਾ ਹੈ, ਪਰ ਫਿਰ ਵੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗੇਮਸ ਖੇਡਣ ਦੇ ਲਈ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਉਹ ਯੂਜ਼ ਕੀਤੀ ਜਾ ਰਹੀ ਹੈ। ਇਹਦੇ ਵਿੱਚ ਵੀ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਗੇਮਸ ਆ ਜਿਹੜੀਆਂ ਉਹਦੇ ਵਿੱਚ ਕੀ ਆਪਾਂ ਦੇਖਦੇ ਹਾਂ, ਕੀ ਯੂਜ਼ ਕਰਦੇ ਹਾਂ, ਅਤੇ ਉਹ ਸਾਰਾ ਕੁਛ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਹੈਲਪ ਦੇ ਨਾਲ ਹੀ ਮੁਮਕਿਨ ਹੋ ਰਿਹਾ ਹੈ। ਨੈਕਸਟ ਹੈ ਵੋਇਸ ਰਿਕੋਗਨੀਸ਼ਨ, ਮਤਲਬ ਅਸੀਂ ਆਪਣੇ ਜਿਹੜੀ ਸਾਡੀ ਆਵਾਜ਼ ਹੈਗੀ ਆ ਉਹ ਅਸੀਂ ਬੋਲ ਕੇ ਸਾਡਾ ਜਿਹੜਾ ਟੈਕਸਟ ਹੈ ਉਹ ਟਾਈਪ ਅਸੀਂ ਬੋਲਦੇ ਹਾਂ ਅਤੇ ਉਹ ਟਾਈਪ ਹੋ ਜਾਂਦਾ ਹੈ। ਤਾਂ ਇਹ ਜਿਹੜੀ ਫੈਸਿਲਿਟੀ ਹੈ ਉਹ ਸਾਰਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕਰਕੇ ਹੀ ਅਸੀਂ ਯੂਜ਼ ਕਰ ਪਾ ਰਹੇ ਹਾਂ। ਤੀਜਾ ਹੈਗਾ ਅੰਡਰਸਟੈਂਡਿੰਗ ਦਾ ਨੈਚੁਰਲ ਲੈਂਗੁਏਜ, ਆਮ ਜਿਹੜੀ ਸਾਡੀ ਭਾਸ਼ਾ ਹੈਗੀ ਆ ਉਹਨੂੰ ਸਮਝਣ ਦੀ ਸਮਰੱਥਾ ਸਾਡੇ ਵਿੱਚ ਤਾਂ ਹੀ ਆ ਰਹੀ ਹੈ ਕਿਉਂਕਿ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਉਹਨੂੰ ਯੂਜ਼ ਕਰ ਰਹੇ ਹਾਂ। ਅਤੇ ਨੈਕਸਟ ਹੈ ਕੰਪਿਊਟਰ ਵਿਜ਼ਨ ਐਂਡ ਐਨਾਲਿਸਿਸ। ਕੰਪਿਊਟਰ ਵਿਜ਼ਨ ਐਂਡ ਐਨਾਲਿਸਿਸ ਜਿਵੇਂ ਕਿ ਆਪਾਂ ਜਿਹੜੇ ਸਾਡੇ ਮੈਡੀਕਲ ਫੀਲਡ ਹੈਗੇ ਆ ਉਹਦੇ ਵਿੱਚ ਕੋਈ ਵੀ ਟੈਸਟ ਕੀਤੇ ਜਾਂਦੇ, ਜਿਵੇਂ ਰੇਡੀਓਲੋਜਿਸਟਸ ਹੁੰਦੇ ਆ, ਕਾਰਡੀਓਲੋਜਿਸਟਸ ਹੁੰਦੇ ਆ, ਤਾਂ ਉਹ ਕਿਸੇ ਵੀ ਬਿਮਾਰੀ ਦਾ ਪਤਾ ਲਗਾਉਣ ਦੇ ਲਈ ਕੰਪਿਊਟਰ ਦੀ ਵਰਤੋਂ ਕਰਦੇ ਆ। ਅਤੇ ਜਿਹੜੀਆਂ ਵੀ ਕੰਪਿਊਟਰ ਦੇ ਵਿੱਚ ਇਮੇਜਸ ਆ ਜਾਂਦੀਆਂ ਏ ਤਾਂ ਉਹਨਾਂ ਦੇ ਆਧਾਰ 'ਤੇ ਉਹ ਐਨਾਲਿਸਿਸ ਕਰਦੇ ਆ, ਕਿਸੇ ਵੀ ਬਿਮਾਰੀ ਦਾ ਪਤਾ ਲਗਾਉਂਦੇ ਆ। ਤਾਂ ਇਹ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਇਹ ਇਸ ਚੀਜ਼ ਨੂੰ, ਇਹ ਜਿਹੜੀ ਫੈਸਿਲਿਟੀ ਹੈਗੀ ਆ ਪ੍ਰੋਵਾਈਡ ਕਰਦੀ ਹੈ, ਜਿਹਦੇ ਨਾਲ ਕੰਪਿਊਟਰ ਦੇ ਜ਼ਰੀਏ ਕਿਸੇ ਵੀ ਚੀਜ਼ ਦੇ ਐਨਾਲਿਸਿਸ ਕੀਤੇ ਜਾ ਸਕਦੇ ਆ, ਰਿਪੋਰਟਸ ਬਣਾਈਆਂ ਜਾ ਸਕਦੀਆਂ ਹੈ। 3D ਜਿਹੜੇ ਸਿਸਟਮ ਹੈਗੇ ਉਹ ਯੂਜ਼ ਕਰਕੇ ਕਿਸੇ ਵੀ ਚੀਜ਼ ਨੂੰ ਪੋਸੀਬਲ ਕੀਤਾ ਜਾ ਸਕਦਾ ਹੈ, ਕਿਸੇ ਵੀ ਬਰੀਕੀ ਦੀ ਜਿਹੜੀ ਇਨਫੋਰਮੇਸ਼ਨ ਹੁੰਦੀ ਆ ਉਹ ਲਈ ਜਾ ਸਕਦੀ ਹੈ। ਤਾਂ ਨੈਕਸਟ ਹੈ ਸਾਡੇ ਕੋਲ ਐਪਲੀਕੇਸ਼ਨਸ ਆਫ AI, ਮਤਲਬ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਉਹ ਕਿਹੜੇ ਖੇਤਰਾਂ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ, ਹਰ ਇੱਕ ਫੀਲਡ ਦੇ ਵਿੱਚ ਯੂਜ਼ ਕੀਤੀ ਜਾਂਦੀ। ਪਿੱਛੇ ਆਪਾਂ ਇੰਪੋਰਟੈਂਸ ਕਰਕੇ ਆਏ ਹਾਂ, ਤਾਂ ਹੁਣ ਇਹਦੇ ਵਿੱਚ ਹੈਗੇ ਐਪਲੀਕੇਸ਼ਨ ਏਰੀਆਜ਼ ਕਿਹੜੇ ਆ। ਸਭ ਤੋਂ ਪਹਿਲਾਂ ਹੈ ਇੰਟਰੂਜ਼ਨ ਡਿਟੈਕਸ਼ਨ ਸਿਸਟਮ, ਜਿਹਨੂੰ IDS ਸਿਸਟਮ ਵੀ ਕਿਹਾ ਜਾਂਦਾ ਹੈ, ਅਤੇ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੁਆਰਾ ਇਹਨੂੰ ਯੂਜ਼ ਕੀਤਾ ਜਾਂਦਾ ਹੈ ਕਿਉਂਕਿ ਇੱਕ ਅਜਿਹਾ ਸਿਸਟਮ ਹੈਗਾ ਹੈ, ਇੱਕ ਸੋਫਟਵੇਅਰ ਹੈਗਾ ਹੈ ਜਿਹੜਾ ਡਿਜ਼ਾਈਨ ਕੀਤਾ ਗਿਆ ਹੈ ਸਿਕਿਉਰਿਟੀ ਪਰਪਸ ਦੇ ਲਈ। ਮਤਲਬ ਕਿ ਇੱਕ ਅਜਿਹਾ ਡਿਟੈਕਟਿੰਗ ਸਿਸਟਮ ਆ ਇਹ ਕਿ ਜੇ ਕੋਈ ਵੀ ਅਨਨੋਨ ਜਾਂ ਅਨਆਥੋਰਾਈਜ਼ਡ ਪਰਸਨ ਹੈਗਾ ਹੈ ਤਾਂ ਉਹ ਆਪਣੀ ਜਿਹੜੀ ਸਿਕਿਉਰਿਟੀ ਜਾਂ ਕਿਸੇ ਵੀ ਤਰ੍ਹਾਂ ਦਾ ਡਾਟਾ ਹੈਗਾ ਹੈ ਜੇ ਉਹਨੂੰ ਹੈਕ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸਿਸਟਮ ਆ ਜਿਹੜਾ ਪਹਿਲਾਂ ਤੋਂ ਹੀ ਸਾਨੂੰ ਦੱਸ ਦਿੰਦਾ ਹੈ ਜਾਂ ਉਹਨਾਂ ਅਥੋਰਿਟੀਜ਼ ਨੂੰ ਦੱਸ ਦਿੰਦਾ ਹੈ, ਡਿਟੈਕਟ ਕਰ ਲੈਂਦਾ ਹੈ ਕਿ ਕੋਈ ਜਿਹੜਾ ਅਨਆਥੋਰਾਈਜ਼ਡ ਸਾਈਟ ਆ ਜਾਂ ਈਮੇਲ ਸਰਵਿਸ ਹੈਗੀ ਆ ਉਹ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਅਤੇ ਉਸੇ ਨੂੰ ਇਹ ਫਿਰ ਡਿਸਟਰੋਏ ਕਰ ਦਿੰਦਾ ਹੈ। ਮਤਲਬ ਇੱਕ ਫਾਇਰਵਾਲ ਦੀ ਤਰ੍ਹਾਂ ਕੰਮ ਕਰਦਾ ਹੈਗਾ ਹੈ ਇਹ ਵਾਲਾ ਜਿਹੜਾ ਸਿਸਟਮ ਹੈ, ਅਤੇ ਇਸ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਉਹ ਵਰਤੀ ਜਾਂਦੀ ਹੈ। ਨੈਕਸਟ ਹੈ ਸਾਡੇ ਕੋਲ ਗੇਮਿੰਗ ਦੇ ਵਿੱਚ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਉਹ ਵਰਤੀ ਜਾਂਦੀ ਹੈ ਕਿਉਂਕਿ ਅੱਜ ਵੱਡੇ ਲੈਵਲ 'ਤੇ ਜਿਹੜੀਆਂ ਗੇਮਸ ਹੈਗੀਆਂ ਹੈ ਉਹ ਬਹੁਤ ਸਾਰੇ ਲੋਕਾਂ ਦੁਆਰਾ ਯੂਜ਼ ਕੀਤੀਆਂ ਜਾਂਦੀਆਂ ਹੈ, ਤਾਂ ਉੱਥੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਮੇਨ ਰੋਲ ਅਦਾ ਕਰਦੀ ਹੈ। ਨੈਕਸਟ ਹੈ ਸਾਡੇ ਕੋਲ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ, ਸਾਡੀ ਆਮ ਕੁਦਰਤੀ ਜਿਹੜੀ ਲੈਂਗੁਏਜ ਹੈਗੀ ਉਹਦੀ ਪ੍ਰੋਸੈਸਿੰਗ ਦੇ ਲਈ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਉਹ ਯੂਜ਼ ਕੀਤੀ ਜਾਂਦੀ ਹੈ, ਮਤਲਬ ਅੰਡਰਸਟੈਂਡ ਕਰਨ ਦੇ ਲਈ ਇਹ ਯੂਜ਼ ਕੀਤੀ ਜਾਂਦੀ ਹੈ। ਨੈਕਸਟ ਹੈ ਸਾਡੇ ਕੋਲ ਮਸ਼ੀਨ ਲਰਨਿੰਗ, ਕਿਸੇ ਵੀ ਮਸ਼ੀਨ ਨੂੰ ਸਿੱਖਣ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਇਹ ਮੇਨ ਰੋਲ ਅਦਾ ਕਰਦੀ ਆ। ਅਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਆਟੋਮੈਟਿਕਲੀ ਸਾਡੇ ਵਿੱਚ ਐਬਿਲਿਟੀ ਆ ਜਾਂਦੀ ਹੈ ਕਿ ਕਿਸੇ ਵੀ ਸਿਸਟਮ ਨੂੰ ਅਸੀਂ ਸਿੱਖ ਸਕਦੇ ਹਾਂ, ਸਾਡੇ ਜਿਹੜੇ ਐਕਸਪੀਰੀਅੰਸ ਹੈਗੇ ਆ ਉਹਨਾਂ ਨੂੰ ਵਧਾ ਸਕਦੇ ਹਾਂ ਬਿਨਾਂ, ਮਤਲਬ ਜੇ ਸਾਨੂੰ ਪ੍ਰੋਗਰਾਮਿੰਗ ਵੀ ਨਹੀਂ ਆਉਂਦੀ ਹੈਗੀ ਤਾਂ ਵੀ ਸਾਡੇ ਕੋਲ ਕੁਛ ਇਹੋ ਜਿਹੀਆਂ ਫੈਸਿਲਿਟੀਜ਼ ਆ ਜਾਂਦੀਆਂ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕਰਕੇ ਕਿ ਅਸੀਂ ਕਿਸੇ ਵੀ ਮਸ਼ੀਨ ਨੂੰ ਸਿੱਖ ਸਕਦੇ ਹਾਂ।
ਐਕਸਪਰਟ ਸਿਸਟਮ ਦੇ ਵਿੱਚ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਉਹ ਯੂਜ਼ ਕੀਤੀ ਜਾਂਦੀ ਹੈ। ਐਕਸਪਰਟ ਸਿਸਟਮ ਦੇ ਵਿੱਚ ਜਿਵੇਂ ਪ੍ਰੋਗਰਾਮਿੰਗ ਹੋ ਗਈ ਜਾਂ ਸਪੈਸ਼ਲ ਡਾਟਾ ਹੁੰਦਾ ਹੈਗਾ ਉਹਦੇ ਬਾਰੇ ਥਿੰਕਿੰਗ ਕਰਨੀ, ਪ੍ਰੋਂਪਟ ਜਿਹੜੇ ਵੀ ਹੈਗੇ ਆ ਜਿਹਦੇ 'ਤੇ ਪ੍ਰੋਗਰਾਮਿੰਗ ਕੀਤੀ ਜਾਂਦੀ ਹੈ, ਤਾਂ ਇਹਦੇ ਵਿੱਚ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਯੂਜ਼ ਕੀਤੀ ਜਾਂਦੀ ਹੈ, ਅਤੇ ਜਿਹਨੂੰ ਜਿਹੜਾ ਯੂਜ਼ਰ ਹੈਗਾ ਉਹ ਬੜੀ ਆਸਾਨੀ ਦੇ ਨਾਲ ਸਿੱਖ ਸਕਦਾ ਹੈ। ਵਿਜ਼ਨ ਸਿਸਟਮ ਜਿਵੇਂ ਕਿ ਆਪਾਂ ਉੱਪਰ ਕਰਕੇ ਆਏ ਹੈਗੇ ਆ ਕਿ ਅਸੀਂ ਦੇਖਣ ਦੇ ਕਾਬਿਲ ਹੁੰਦੇ ਹਾਂ, ਅੰਡਰਸਟੈਂਡ ਕਰਨ ਦੇ ਕਾਬਿਲ ਹੁੰਦੇ ਹਾਂ। ਕਿਸੇ ਵੀ ਵਿਜ਼ੂਅਲੀ ਜਿਹੜਾ ਇਫੈਕਟ ਹੈਗਾ ਹੈ ਕਿਸੇ ਚੀਜ਼ ਨੂੰ ਦੇਖ ਕੇ ਜਿਹੜਾ ਸਾਡੇ ਮਨ 'ਤੇ ਪੈਂਦਾ ਹੈ ਉਹ ਜ਼ਿਆਦਾ ਦੇਰ ਤੱਕ ਰਹਿੰਦਾ ਹੈ, ਤਾਂ ਇਸੇ ਕਰਕੇ ਇਹ ਵਿਜ਼ਨ ਸਿਸਟਮ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਯੂਜ਼ ਕੀਤੀ ਜਾਂਦੀ ਹੈ, ਜਿਹਦੇ ਕਰਕੇ ਅਸੀਂ ਪਿਕਚਰਸ ਆ ਜਿਹੜੀਆਂ ਉਹ ਦੇਖ ਸਕਦੇ ਹਾਂ, ਲੈ ਸਕਦੇ ਹਾਂ, ਯੂਟੀਲਾਈਜ਼ ਕਰ ਸਕਦੇ ਹਾਂ, ਗਾਈਡ ਕਰ ਸਕਦੇ ਹਾਂ ਇਹਨਾਂ ਦੇ ਥਰੂ ਕਿਸੇ ਨੂੰ ਵੀ, ਅਤੇ ਕਿਸੇ ਵੀ ਏਰੀਆ ਦੇ ਵਿੱਚ ਇਹਨਾਂ ਦਾ ਯੂਜ਼ ਹੋ ਸਕਦਾ ਹੈ। ਨੈਕਸਟ ਹੈ ਸਪੀਚ ਰਿਕੋਗਨੀਸ਼ਨ, ਮਤਲਬ ਅਸੀਂ ਬੋਲਦੇ ਹਾਂ ਅਤੇ ਫਿਰ ਉਹ ਜਿਹੜਾ ਸਾਡੇ ਦੁਆਰਾ ਬੋਲਿਆ ਗਿਆ ਹੁੰਦਾ ਹੈ ਉਹ ਟਾਈਪ ਹੋ ਜਾਂਦਾ ਹੈ। ਤਾਂ ਇਹ ਜਿਹੜੀ ਇਹ ਵਾਲਾ ਫੈਸਿਲਿਟੀ ਹੈਗੀ ਆ ਇਹਦੇ ਵਿੱਚ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਯੂਜ਼ ਕੀਤੀ ਜਾਂਦੀ। ਜਿਵੇਂ ਅਸੀਂ ਬੈਕ ਦੇ ਵਿੱਚ ਕੋਈ ਆਵਾਜ਼ ਦੇ ਦਿੰਦੇ ਹਾਂ ਬੈਕਗਰਾਊਂਡ ਦੇ ਵਿੱਚ, ਤਾਂ ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕਰਕੇ ਹੀ ਹੋ ਸਕਦੀਆਂ ਹੈ। ਨੈਕਸਟ ਹੈ ਹੈਂਡ ਰਾਈਟਿੰਗ ਰਿਕੋਗਨੀਸ਼ਨ। ਇੱਕ ਅਜਿਹਾ ਸਪੈਸ਼ਲ ਸੌਫਟਵੇਅਰ ਹੁੰਦਾ ਹੈ ਜਿਹਦੇ ਕਰਕੇ ਅਸੀਂ ਯੋਗ ਹੋ ਸਕਦੇ ਹਾਂ ਕਿਸੇ ਵੀ ਟੈਕਸਟ ਨੂੰ ਪੜ੍ਹਨ ਦੇ, ਜਿਹੜਾ ਕਿ ਕਿਸੇ ਸਪੈਸ਼ਲ ਪੈਨ ਦੇ ਦੁਆਰਾ ਲਿਖਿਆ ਗਿਆ ਹੋਵੇ ਜਾਂ ਸਕਰੀਨ ਦੇ ਉੱਤੇ ਲਿਖਿਆ ਗਿਆ ਹੋਵੇ, ਤਾਂ ਅਸੀਂ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਇਸ ਤਰ੍ਹਾਂ ਦੇ ਸੌਫਟਵੇਅਰ ਬਣਾਏ ਗਏ ਜਿਹਦੇ ਕਰਕੇ ਅਸੀਂ ਲਿਖੇ ਹੋਏ ਨੂੰ ਵੀ ਪੜ੍ਹ ਸਕਦੇ ਹਾਂ ਅਤੇ ਕਨਵਰਟ ਹੋ ਜਾਂਦਾ ਇਹ ਐਡੀਟੇਬਲ, ਮਤਲਬ ਜਿਹਦੇ ਵਿੱਚ ਅਸੀਂ ਕੋਈ ਚੇਂਜ ਕਰ ਸਕੀਏ ਉਸ ਤਰ੍ਹਾਂ ਦੀ ਫਾਰਮ ਦੇ ਵਿੱਚ ਇਹ ਕਨਵਰਟ ਕਰ ਦਿੰਦਾ ਹੈ। ਨੈਕਸਟ ਹੈ ਇੰਟੈਲੀਜੈਂਟ ਰੋਬੋਟ। ਸਾਡੇ ਅੱਜ ਦੇ ਯੁੱਗ ਦੇ ਵਿੱਚ ਰੋਬੋਟਸ ਆ ਜਿਹੜੇ ਹਰ ਥਾਂ 'ਤੇ ਯੂਜ਼ ਕੀਤੇ ਜਾ ਰਹੇ ਹੈਗੇ, ਅਤੇ ਰੋਬੋਟਸ ਆ ਜਿਹੜੇ ਉਹ ਆਪਣਾ ਕੰਮ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਹੀ ਕਰਦੇ ਆ, ਕਿਉਂਕਿ ਇਹਨਾਂ ਨੂੰ ਜਿਹੜੀ ਇਹਨਾਂ ਦੇ ਵਿੱਚ ਪ੍ਰੋਗਰਾਮਿੰਗ ਕੀਤੀ ਜਾਂਦੀ ਹੈ, ਜੋ ਵੀ ਚੀਜ਼ਾਂ ਚਾਹੀਦੀਆਂ ਹੈਗੀਆਂ ਇਹਨਾਂ ਨੂੰ ਵਰਕ ਕਰਨ ਦੇ ਲਈ, ਤਾਂ ਉਹ ਸਾਰਾ ਕੁਛ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕਰਕੇ ਹੀ ਹੋ ਪਾ ਰਿਹਾ ਹੈ, ਜਿਹਦੇ ਕਰਕੇ ਰੋਬੋਟਸ ਆ ਜਿਹੜਾ ਕੋਈ ਵੀ ਕੰਮ ਆ, ਕੋਈ ਵੀ ਟਾਸਕ ਆ ਕਿਸੇ ਵੀ ਜਗ੍ਹਾ 'ਤੇ ਕਿਸੇ ਵੀ ਇਨਵਾਇਰਮੈਂਟ ਦੇ ਵਿੱਚ ਬੜੀ ਆਸਾਨੀ ਨਾਲ ਕਰ ਸਕਦੇ ਆ। ਨੈਕਸਟ ਹੈ ਸਾਡੇ ਕੋਲ ਪਰਪਸ ਆਫ ਔਰ ਗੋਲਸ ਔਰ ਯੂਜ਼ਸ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ। ਹੁਣ ਤੱਕ ਆਪਾਂ ਪੜ੍ਹ ਆਏ ਹਾਂ ਅਤੇ ਇਹਦੇ ਕਰਕੇ ਆਪਾਂ ਨੂੰ ਪਤਾ ਲੱਗ ਹੀ ਚੁੱਕਾ ਹੈ ਕਿ ਕੀ ਗੋਲਸ ਆ, ਕੀ ਪਰਪਸ ਹੈਗੇ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਨ ਦੇ। ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਯੂਜ਼ ਕੀਤੀ ਜਾਂਦੀ ਹੈ ਤਾਂ ਕਿ ਅਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨੂੰ ਸੋਲਵ ਕਰ ਸਕੀਏ, ਸਾਡੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਸਕਿੱਲਸ ਹੈਗੇ ਆ ਉਹਨਾਂ ਨੂੰ ਆਸਾਨੀ ਨਾਲ ਪੂਰਾ ਕਰ ਸਕੀਏ, ਕਿਸੇ ਵੀ ਸਕਿੱਲ ਨੂੰ ਸਿੱਖ ਸਕੀਏ, ਅਤੇ ਉਸ ਤੋਂ ਬਾਅਦ ਹੈਗਾ ਈਜ਼ਲੀ ਆਪਾਂ ਕਿਸੇ ਵੀ ਨੌਲੇਜ ਨੂੰ ਲੈ ਸਕਦੇ ਹਾਂ, ਰਿਪਰੈਜ਼ੈਂਟ ਕਰ ਸਕਦੇ ਹਾਂ। ਅਤੇ ਮਸ਼ੀਨਾਂ ਦੇ ਵਿੱਚ ਇੰਟੈਲੀਜੈਂਟ ਮਸ਼ੀਨਸ ਆ ਜਿਹੜੀਆਂ ਉਹਨਾਂ ਦੇ ਵਿੱਚ ਵੀ ਵਰਤਿਆ ਜਾਂਦਾ ਇਹਨਾਂ ਨੂੰ, ਅਤੇ ਸੈਂਸਰ ਆ ਜਿਹੜੇ ਉਹ ਵੀ ਇਹਨਾਂ ਦੀ ਹੈਲਪ ਦੇ ਦੁਆਰਾ ਆਪਣਾ ਕੰਮ ਕਰਦੇ ਹੈਗੇ ਆ। ਇਹਦੇ ਨਾਲ ਪ੍ਰੋਡਕਟੀਵਿਟੀ ਇੰਪਰੂਵ ਹੁੰਦੀ ਹੈ, ਐਫੀਸ਼ੀਐਂਸੀ ਵੱਧਦੀ ਹੈ, ਐਕੂਰੇਸੀ ਵੀ ਅੱਗੇ ਇੰਪਰੂਵ ਹੁੰਦੀ ਆ। ਨੈਕਸਟ ਹੈ ਪ੍ਰੋਜ਼ ਐਂਡ ਕੌਨਸ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ। ਤਾਂ ਹਰ ਚੀਜ਼ ਦੇ ਜਿੱਥੇ ਲਾਭ ਹੁੰਦੇ ਉੱਥੇ ਨੁਕਸਾਨ ਵੀ ਹੁੰਦੇ ਆ, ਅਤੇ ਇੱਥੇ ਆਪਾਂ ਇਹਨਾਂ ਦੀ ਹੀ ਗੱਲ ਕਰਾਂਗੇ ਕਿ ਕੀ ਪ੍ਰੋਜ਼ ਹੈਗੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ, ਕੁਛ ਫਾਇਦੇ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕਿ ਇਹਦੇ ਕਰਕੇ ਹੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੋਸੀਬਲ ਹੋ ਸਕੀਆਂ ਹੈ। ਪਹਿਲੇ ਨੰਬਰ 'ਤੇ ਆਪਾਂ ਗੱਲ ਕਰਦੇ ਹਾਂ ਇਟ ਇਜ਼ ਕੋਸਟ ਇਫੈਕਟਿਵ, ਕਿ ਇਹਦੇ ਕਰਕੇ ਜਿਹੜੀ ਸਾਡੀ ਕਿਸੇ ਵੀ ਚੀਜ਼ ਨੂੰ ਕਰਨ ਦੇ ਲਈ ਕੋਈ ਖਰਚਾ ਆਉਂਦਾ ਹੈਗਾ ਹੈ ਤਾਂ ਉਹ ਵੀ ਸਾਡੇ ਅਕੋਰਡਿੰਗ ਹੁੰਦਾ ਹੈ, ਮਤਲਬ ਜਿੰਨਾ ਕੁ ਅਸੀਂ ਚਾਹੁੰਦੇ ਹੈਗੇ ਆ ਉਨਾ ਕੁ ਖਰਚ ਕਰਕੇ ਅਸੀਂ ਕਿਸੇ ਵੀ ਚੀਜ਼ ਨੂੰ ਤਿਆਰ ਕਰ ਸਕਦੇ ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਦੁਆਰਾ। ਹਿਊਮਨਸ ਜਿੱਥੇ ਜ਼ਿਆਦਾ ਐਫਰਟ ਲਾਉਂਦੇ ਹੈਗੇ ਆ, ਜਿੱਥੇ ਜ਼ਿਆਦਾ ਪੈਸੇ ਖਰਚਣੇ ਹੁੰਦੇ, ਉੱਥੇ ਰੋਬੋਟਸ ਨੂੰ ਯੂਜ਼ ਕਰਕੇ ਜਾਂ ਮਸ਼ੀਨਾਂ ਨੂੰ ਯੂਜ਼ ਕਰਕੇ ਇਸ ਚੀਜ਼ ਨੂੰ ਘਟਾਇਆ ਜਾ ਸਕਦਾ ਹੈ। ਜਿਵੇਂ ਕਿ ਹਿਊਮਨਸ ਨੂੰ ਜੇ ਅਸੀਂ ਕੰਮ ਦੇ ਲਈ ਹਰ ਮਹੀਨੇ ਬਾਅਦ ਰੁਪਏ ਦੇਣੇ ਪੈਂਦੇ ਆ, ਪਰ ਜਿਹੜੀਆਂ ਮਸ਼ੀਨਸ ਆ ਉਹਨਾਂ ਨੂੰ ਇੱਕ ਵਾਰੀ ਬਣਾਉਣ ਤੋਂ ਬਾਅਦ ਉਹਨਾਂ ਦੇ ਕੋਈ ਵੀ ਰੁਪਇਆ ਜਿਹੜਾ ਉਹ ਖਰਚ ਨਹੀਂ ਕਰਨਾ ਪੈਂਦਾ ਹੈ, ਅਤੇ ਇਹਦੇ ਕਰਕੇ ਪ੍ਰੋਡਕਟੀਵਿਟੀ ਵੀ ਵੱਧਦੀ ਹੈ ਅਤੇ ਸਾਡਾ ਕੰਟਰੋਲ ਵੀ ਰਹਿੰਦਾ ਹਰ ਚੀਜ਼ ਦੇ ਉੱਤੇ। ਨੈਕਸਟ ਹੈ ਦੇ ਡੋਂਟ ਟੇਕ ਰੈਸਟ। ਇਹ ਕਦੇ ਵੀ ਆਰਾਮ ਨਹੀਂ ਭਾਲਦੀਆਂ ਜਿਹੜੀਆਂ ਮਸ਼ੀਨਾਂ ਹੈਗੀਆਂ, ਇਹਨਾਂ ਨੂੰ ਕਿਸੇ ਵੀ ਆਰਾਮ ਦੀ ਲੋੜ ਨਹੀਂ ਹੁੰਦੀ, ਜਦੋਂ ਕਿ ਇਨਸਾਨਾਂ ਨੂੰ ਕੋਈ ਵੀ ਕੰਮ ਕਰਨ ਤੋਂ ਬਾਅਦ ਥਕਾਵਟ ਹੋ ਜਾਂਦੀ ਹੈ ਅਤੇ ਆਰਾਮ ਦੀ ਲੋੜ ਹੁੰਦੀ ਹੈ, ਅਤੇ ਇਹ ਆਰਾਮ ਦੀ ਇਹਨਾਂ ਦੇ ਵਿੱਚ ਕੋਈ ਜ਼ਰੂਰਤ ਨਹੀਂ ਹੈਗੀ, ਕੋਈ ਬ੍ਰੇਕ ਨਹੀਂ ਇਹਨਾਂ ਨੂੰ ਚਾਹੀਦਾ ਹੁੰਦਾ। ਇਟ ਇਨਹੈਂਸਸ ਐਫੀਸ਼ੀਐਂਸੀ।
ਆਰਟੀਫਿਸ਼ਲ ਇੰਟੈਲੀਜੈਂਸ ਆ ਜਿਹੜੀ ਉਹ ਵਰਕ ਦੀ ਕੰਮ ਦੀ ਐਫੀਸ਼ੀਐਂਸੀ ਨੂੰ ਵਧਾਉਂਦੀ ਹੈ ਕਿ ਜੋ ਇਨਸਾਨ ਆ ਜਿਹੜਾ ਉਹ ਥੋੜ੍ਹੇ ਜ਼ਿਆਦਾ ਟਾਈਮ ਦੇ ਵਿੱਚ ਕੋਈ ਕੰਮ ਕਰਦਾ ਹੈ ਤੇ ਮਸ਼ੀਨਾਂ ਇਹ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਇਹ ਕੰਮ ਆ ਜਿਹੜੇ ਕਰ ਦਿੰਦੀਆਂ, ਕੋਈ ਵੀ ਔਖੇ ਤੋਂ ਔਖਾ ਜਿਹੜਾ ਕੰਮ ਹੈ ਉਹ ਕਰ ਦਿੰਦੀਆਂ। ਲੋ ਐਰਰ ਰੇਟ, ਇਨਸਾਨ ਆ ਜਿਹੜੇ ਗਲਤੀਆਂ ਕਰ ਸਕਦੇ ਆ ਬਟ ਜਿਹੜੀਆਂ ਮਸ਼ੀਨਸ ਹੈਗੀਆਂ ਉਹਨਾਂ ਵਿੱਚ ਗਲਤੀਆਂ ਦੇ ਚਾਂਸਸ ਆ ਜਿਹੜੇ ਉਹ ਨਹੀਂ ਹੁੰਦੇ। ਵਰਕ ਇਨ ਹੌਸਟਾਈਲ ਇਨਵਾਇਰਮੈਂਟ, ਜਿਹੋ ਜਿਹਾ ਇਨਵਾਇਰਮੈਂਟ ਜਿੱਥੇ ਇਨਸਾਨ ਕੰਮ ਨਹੀਂ ਕਰ ਸਕਦੇਗੇ ਉੱਥੇ ਜਿਹੜੇ ਇਹ ਮਸ਼ੀਨਸ ਹੈਗੀਆਂ ਇਹ ਡੇਂਜਰਸ ਏਰੀਏ ਦੇ ਵਿੱਚ ਕਿਸੇ ਵੀ ਚੀਜ਼ ਨੂੰ ਕਰਨ ਦੇ ਸਮਰੱਥ ਹੁੰਦੀਆਂ ਏ, ਕਿਸੇ ਵੀ ਚਾਹੇ ਸਪੇਸ ਦੇ ਵਿੱਚ ਹੋਵੇ ਚਾਹੇ ਕੋਈ ਇਸ ਤਰ੍ਹਾਂ ਦਾ ਖੇਤਰ ਹੋਵੇ ਜਿੱਥੇ ਕਿ ਇਨਸਾਨ ਆ ਜਿਹੜਾ ਉਹਨਾਂ ਦੀ ਲਾਈਫ ਨੂੰ ਖਤਰਾ ਹੁੰਦਾ ਏ ਬਟ ਜਿਹੜੇ ਇਹ ਰੋਬੋਟ ਹੋ ਗਏ ਜਾਂ ਮਸ਼ੀਨਸ ਹੈਗੀਆਂ ਏ ਉਹ ਉੱਥੇ ਬੜੀ ਆਸਾਨੀ ਨਾਲ ਜਾ ਸਕਦੀਆਂ ਏ ਅਤੇ ਕੰਮ ਕਰ ਸਕਦੀਆਂ ਏ। ਮਾਈਨਿੰਗ ਦੇ ਵਿੱਚ ਹੋ ਗਿਆ ਜਾਂ ਡਿਗਿੰਗ ਫਿਊਲਸ ਜਿੱਥੋਂ ਤੇਲ ਕੱਢੇ ਜਾਂਦੇ ਹੈਗੇ ਆ ਉੱਥੇ ਵੀ ਇਹ ਜਿਹੜੀਆਂ ਮਸ਼ੀਨਸ ਦੇ ਦੁਆਰਾ ਕੰਮ ਕੀਤੇ ਜਾ ਰਹੇ ਆ। ਗੁੱਡ ਅਸਿਸਟੈਂਟ, ਇਹ ਇੱਕ ਅਸਿਸਟੈਂਟ ਦਾ ਕੰਮ ਵੀ ਕਰਦੇ ਆ ਕਿਉਂਕਿ ਜਿਵੇਂ ਕਿ ਆਪਾਂ ਸਮਾਰਟਫੋਨ ਯੂਜ਼ ਕਰ ਰਹੇ ਹਾਂ ਤਾਂ ਉਹਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈਗਾ ਏ ਅਤੇ ਇਹਦੇ ਨਾਲ ਅਸੀਂ ਕਿਸੇ ਤੋਂ ਵੀ ਕੋਈ ਆਪਣੀ ਪ੍ਰੋਬਲਮ ਹੈਗੀ ਉਹਦੇ ਬਾਰੇ ਪੁੱਛ ਸਕਦੇ ਹਾਂ, ਕਿਸੇ ਵੀ ਚੀਜ਼ ਨੂੰ ਸਰਚ ਕਰ ਸਕਦੇ ਹਾਂ ਤਾਂ ਜੋ ਵੀ ਅਸੀਂ ਚਾਹੁੰਦੇ ਹਾਂ ਤਾਂ ਉਹਦੇ ਲਈ ਇਹ ਅਸਿਸਟੈਂਟ ਦਾ ਕੰਮ ਸਾਨੂੰ ਦਿੰਦੇ ਆ। ਮੇਕ ਰੈਪੀਟੇਟਿਵ ਟਾਸਕ ਈਜ਼ੀਅਰ, ਇਹਦੇ ਕਰਕੇ ਜਿਹੜੇ ਸਾਡੇ ਟਾਸਕ ਹੈਗੇ ਆ ਬਹੁਤ ਹੀ ਆਸਾਨੀ ਨਾਲ ਅਸੀਂ ਕਰ ਸਕਦੇ ਹਾਂ ਜਦ ਕਿ ਜਿਹੜੇ ਇਨਸਾਨ ਆ ਉਹ ਬੋਰ ਹੋ ਜਾਂਦੇ ਆ ਬਟ ਜਿਹੜੀਆਂ ਮਸ਼ੀਨਸ ਹੈਗੀਆਂ ਏ ਉਹ ਬੜੀ ਆਸਾਨੀ ਨਾਲ ਕੋਈ ਵੀ ਕੰਮ ਹੈਗਾ ਕਰਦੀਆਂ, ਉਹਨਾਂ ਵਿੱਚ ਇਹ ਫੀਲਿੰਗਸ ਨਹੀਂ ਹੁੰਦੀਆਂ ਇਸ ਲਈ ਉਹ ਬੋਰ ਨਹੀਂ ਹੁੰਦੀਆਂ ਮਸ਼ੀਨਾਂ ਏ ਜਿਹਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਯੂਜ਼ ਕੀਤੀ ਜਾਂਦੀ ਆ। ਮਸ਼ੀਨਸ ਡੋਂਟ ਹੈਵ ਇਮੋਸ਼ਨਸ, ਜਿਵੇਂ ਕਿ ਮੈਂ ਹੁਣੇ ਦੱਸਿਆ ਹੈ ਕਿ ਮਸ਼ੀਨਾਂ ਦੇ ਕੋਲ ਕੋਈ ਇਮੋਸ਼ਨਸ ਨਹੀਂ ਹੁੰਦੇ, ਕੋਈ ਫੀਲਿੰਗਸ ਨਹੀਂ ਹੁੰਦੀਆਂ ਹੈਗੀਆਂ ਜਦ ਕਿ ਇਨਸਾਨ ਆ ਜਿਹੜੇ ਉਹ ਦੁਖੀ ਹੁੰਦੇ ਆ, ਉਹ ਖੁਸ਼ ਹੁੰਦੇ ਆ, ਇਮੋਸ਼ਨਸ ਹੁੰਦੇ ਆ, ਥੱਕ ਜਾਂਦੇ ਆ ਬਟ ਇਹਨਾਂ ਨੂੰ ਇਹਨਾਂ ਪ੍ਰੋਬਲਮਸ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇਸ ਕਰਕੇ ਇਹਨਾਂ ਦੁਆਰਾ ਕੀਤਾ ਗਿਆ ਕੰਮ ਜ਼ਿਆਦਾ ਵਧੀਆ ਹੁੰਦਾ ਏ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਕੌਨਸ ਆਫ ਆਰਟੀਫਿਸ਼ਲ ਇੰਟੈਲੀਜੈਂਸ। ਤਾਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਕੁਝ ਨੁਕਸਾਨ ਵੀ ਹੈਗੇ ਆ। ਸਭ ਤੋਂ ਪਹਿਲਾਂ ਮਸ਼ੀਨਸ ਕੈਨ ਨਾਟ ਫੀਲ ਕੰਪੈਸ਼ਨ ਐਂਡ ਸੈਂਪਥੀ, ਮਸ਼ੀਨਸ ਆ ਜਿਹੜੀਆਂ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਕੰਪੈਸ਼ਨ ਹੈਗਾ ਏ ਉਹ ਜਾਂ ਫਿਰ ਸੈਂਪਥੀ ਜਿਹੜੀ ਹੈਗੀ ਆ ਉਹ ਨਹੀਂ ਫੀਲ ਕਰ ਸਕਦੀਆਂ, ਨਹੀਂ ਮਹਿਸੂਸ ਕਰ ਸਕਦੀਆਂ। ਮਤਲਬ ਇਹ ਜੋ ਹੈ ਇਹਨਾਂ ਦਾ ਕੰਮ ਹੈਗਾ ਉਹ ਲਗਾਤਾਰ ਕਰਦੀਆਂ ਰਹਿੰਦੀਆਂ ਹੈਗੀਆਂ ਏ ਅਤੇ ਚਾਹੇ ਕਿਸੇ ਨੂੰ ਕੋਈ ਨੁਕਸਾਨ ਹੋ ਰਿਹਾ ਹੋਵੇ ਚਾਹੇ ਕਿਸੇ ਨੂੰ ਕੋਈ ਫਾਇਦਾ ਹੋ ਰਿਹਾ ਹੋਵੇ ਇਹਨਾਂ ਨੇ ਆਪਣਾ ਕੰਮ ਕਰਦੇ ਰਹਿਣਾ ਏ ਅਤੇ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਇਹਨਾਂ ਦੇ ਵਿੱਚ ਫੀਲਿੰਗ ਨਾ ਹੋਣ ਕਰਕੇ ਇਹਨਾਂ ਦਾ ਕਨੈਕਸ਼ਨ ਆ ਜਿਹੜਾ ਲਗਾਤਾਰ ਚੱਲਦਾ ਰਹਿੰਦਾ ਏ ਅਤੇ ਇਹਦੇ ਕਰਕੇ ਕਈ ਵਾਰੀ ਸਾਨੂੰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਏ। ਨੈਕਸਟ ਹੈ ਇਨਕਰੀਜ਼ ਇਨ ਅਨਇੰਪਲੋਇਮੈਂਟ ਐਂਡ ਜੋਬ ਇਨਸਿਕਿਉਰਿਟੀ ਇਸ਼ੂਜ਼। ਮਸ਼ੀਨਾਂ ਦੀ ਹਰ ਥਾਂ 'ਤੇ ਵਰਤੋਂ ਕਰਨ ਦੇ ਨਾਲ ਜਿਹੜੇ ਇਨਸਾਨ ਹੈਗੇ ਆ ਉਹਨਾਂ ਦੀ ਜਿਹੜੀ ਇੰਪਲੋਇਮੈਂਟ ਹੈਗੀ ਆ ਉਹ ਖਤਰੇ ਵਿੱਚ ਪੈ ਜਾਂਦੀ ਆ ਕਿਉਂਕਿ ਫਿਰ ਜ਼ਿਆਦਾਤਰ ਮਸ਼ੀਨਾਂ ਤੋਂ ਕੰਮ ਲਿਆ ਜਾਂਦਾ ਏ ਅਤੇ ਇਨਸਾਨਾਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਜਿਹਦੇ ਕਰਕੇ ਬੇਰੁਜ਼ਗਾਰੀ ਆ ਜਿਹੜੀ ਉਹ ਵੱਧਦੀ ਆ। ਜੋਬਸ ਦੇ ਵਿੱਚ ਇਨਸਿਕਿਉਰਿਟੀ ਫੀਲ ਕੀਤੀ ਜਾਂਦੀ ਆ ਕਿਉਂਕਿ ਮਸ਼ੀਨਸ ਆ ਜਿਹੜੀਆਂ ਉਹ ਮਨੁੱਖਾਂ ਦੀ ਜਗ੍ਹਾ ਲੈ ਰਹੀਆਂ ਏ ਕਿਉਂਕਿ ਇਹਨਾਂ ਦੇ ਫਾਇਦੇ ਆ ਜਿਹੜੇ ਇਹਨਾਂ ਨੂੰ ਇਨਸਾਨਾਂ ਨਾਲੋਂ ਜ਼ਿਆਦਾ ਮਿਲਦੇ ਆ। ਥੋੜ੍ਹੇ ਟਾਈਮ ਦੇ ਵਿੱਚ ਹੀ ਮਸ਼ੀਨਸ ਆ ਜਿਹੜੀਆਂ ਉਹ ਆਸਾਨੀ ਨਾਲ ਕੰਮ ਕਰ ਦਿੰਦੀਆਂ ਏ। ਰਿਸਕ ਆਫ ਲਾਸ ਆਫ ਇੰਪੋਰਟੈਂਟ ਡਾਟਾ, ਇਹਦੇ ਨਾਲ ਮਸ਼ੀਨਸ ਨੂੰ ਯੂਜ਼ ਕਰਨ ਦੇ ਨਾਲ ਰਿਸਕ ਆ ਜਿਹੜੇ ਸਾਡੇ ਇੰਪੋਰਟੈਂਟ ਡਾਟਾ ਨੂੰ ਨੁਕਸਾਨੇ ਜਾਣ ਦੇ ਰਿਸਕ ਆ ਜਿਹੜੇ ਉਹ ਵੱਧ ਜਾਂਦੇ ਆ ਕਿਉਂਕਿ ਅਸੀਂ ਕੰਪਿਊਟਰਸ ਨੂੰ ਯੂਜ਼ ਕਰਦੇ ਹਾਂ, ਸਮਾਰਟਫੋਨਸ ਨੂੰ ਯੂਜ਼ ਕਰਦੇ ਹਾਂ ਜਾਂ ਹੋਰ ਵੀ ਕਈ ਜਿਹੜੀਆਂ ਡਿਵਾਈਸਿਸ ਆ ਉਹਨਾਂ ਨੂੰ ਯੂਜ਼ ਕਰਦੇ ਹਾਂ ਜਿਹਦੇ ਵਿੱਚ ਸਾਡੇ ਕੁਛ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਆ, ਫਾਈਲਾਂ ਹੁੰਦੀਆਂ ਏ, ਫੋਟੋਜ਼ ਹੁੰਦੀਆਂ ਏ। ਤਾਂ ਇੱਕ ਵਾਰੀ ਜੇ ਮਸ਼ੀਨ ਦੇ ਵਿੱਚ ਕੋਈ ਪ੍ਰੋਬਲਮ ਆ ਜੇ, ਕਿਸੇ ਵੀ ਤਰ੍ਹਾਂ ਦੀ ਡਿਵਾਈਸ ਦੇ ਵਿੱਚ ਕੋਈ ਪ੍ਰੋਬਲਮ ਆ ਜੇ ਤਾਂ ਇਹ ਜਿੰਨੇ ਵੀ ਸਾਡੇ ਡਾਕੂਮੈਂਟਸ ਹੈਗੇ ਇੰਪੋਰਟੈਂਟ ਉਹ ਡਿਲੀਟ ਹੋ ਸਕਦੇ ਆ, ਸਾਡਾ ਡਾਟਾ ਹੈ ਜਿਹੜਾ ਉਹ ਲੋਸਟ ਹੋ ਸਕਦਾ ਏ। ਦ ਐਕਸਪਲੋਟੇਸ਼ਨ ਮਿਸਯੂਜ਼ ਆਫ ਆਰਟੀਫਿਸ਼ਲ ਇੰਟੈਲੀਜੈਂਸ, ਤਾਂ ਇੱਥੇ ਹੀ ਗੱਲ ਹੈ ਕਿ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਆ ਉਹਦਾ ਮਿਸਯੂਜ਼ ਵੀ ਕਈ ਲੋਕਾਂ ਦੁਆਰਾ ਕੀਤਾ ਜਾਂਦਾ ਏ ਜਾਂ ਕੀਤਾ ਜਾ ਸਕਦਾ ਏ ਜਿਹਦੇ ਨਾਲ ਜਿਹੜਾ ਕਿ ਇੱਕ ਬੁਰਾ ਕੰਮ ਹੈਗਾ ਏ। ਕਿਸੇ ਦੀ ਮਰਜ਼ੀ ਦੇ ਖਿਲਾਫ ਕੋਈ ਵੀ ਡਾਟਾ ਹੈ ਜਿਹੜਾ ਉਹ ਉਠਾਇਆ ਜਾ ਸਕਦਾ ਹੈ ਮਸ਼ੀਨ ਦੇ ਵਿੱਚੋਂ ਜਾਂ ਕਿਸੇ ਵੀ ਮਸ਼ੀਨ ਤੋਂ ਕੋਈ ਗਲਤ ਕੰਮ ਵੀ ਕਰਵਾਇਆ ਜਾ ਸਕਦਾ ਜੇਕਰ ਉਹ ਕਿਸੇ ਗਲਤ ਹੱਥਾਂ ਦੇ ਵਿੱਚ ਸਾਡੀ ਆਰਟੀਫਿਸ਼ਲ ਇੰਟੈਲੀਜੈਂਸ ਚਲੀ ਜਾਂਦੀ ਆ
ਜਾਂ ਟੈਕਨੀਕਲ ਸਾਡੀਆਂ ਮਸ਼ੀਨਸ ਜਿਹੜੀਆਂ ਹੈਗੀਆਂ ਏ ਉਹ ਚਲੀਆਂ ਜਾਂਦੀਆਂ ਤਾਂ ਇਹਦੇ ਕਰਕੇ ਸਾਡੇ ਸਮਾਜ ਨੂੰ ਕੋਈ ਨੁਕਸਾਨ ਵੀ ਉਠਾਉਣਾ ਪੈ ਸਕਦਾ ਏ। ਨੈਕਸਟ ਗੱਲ ਕਰਾਂਗੇ ਐਕਸਪਰਟ ਸਿਸਟਮਸ ਦੀ। ਐਕਸਪਰਟ ਸਿਸਟਮਸ ਆ ਜਿਹੜੇ ਇਹ ਕੰਪਿਊਟਰ ਪ੍ਰੋਗਰਾਮਸ ਹੁੰਦੇ ਆ ਜਿਹੜੇ ਕਿ ਕੰਪਿਊਟਰ ਸਾਇੰਸ ਦੇ ਵਿੱਚੋਂ ਹੀ ਲਏ ਗਏ ਆ, ਜਿਨ੍ਹਾਂ ਨੂੰ ਰਿਸਰਚ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ ਅਤੇ ਇਹਨਾਂ ਕਰਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਨਾਮ ਪਿਆ ਹੈ। ਇਹ ਕੀ ਆ, ਇਹ ਸੌਫਟਵੇਅਰ ਦਾ ਹਿੱਸਾ ਹੁੰਦੇ ਆ ਅਤੇ ਜਿਹੜੇ ਕਿ ਡਾਟਾਬੇਸ ਨੂੰ ਯੂਜ਼ ਕਰਦੇ ਆ ਤਾਂ ਕਿ ਹੋਰ ਜਿਹੜੇ ਡਿਸੀਜ਼ਨ ਆ ਇਹਨਾਂ ਦੀ ਮਦਦ ਦੇ ਨਾਲ ਲਏ ਜਾ ਸਕਣ। ਦੂਸਰੇ ਸ਼ਬਦਾਂ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਐਕਸਪਰਟ ਸਿਸਟਮ ਇੱਕ ਕਿਸਮ ਸੌਫਟਵੇਅਰ ਦੀ ਜਿਨ੍ਹਾਂ ਨੂੰ ਆਪਣੀ ਨੌਲੇਜ ਨੂੰ ਵਧਾਉਣ ਲਈ ਜਾਂ ਆਪਣੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਲਈ ਯੂਜ਼ ਕੀਤਾ ਜਾਂਦਾ ਹੈ। ਅਤੇ ਇਹਦੇ ਵਿੱਚ ਮੇਨਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਕੰਸੈਪਟ ਆ ਯੂਜ਼ ਕੀਤਾ ਜਾਂਦਾ, ਇਹਦੀਆਂ ਟੂਲਸ ਅਤੇ ਟੈਕਨੋਲੋਜੀਜ਼ ਆ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ, ਜਿਹਦੇ ਕਰਕੇ ਜਿਹੜੇ ਐਕਸਪਰਟ ਯੂਜ਼ਰ ਹੈਗੇ ਆ ਉਹ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਆ ਜਿਹੜਾ ਉਹ ਕਰਦੇ ਆ, ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਹੋਵੇ, ਚਾਹੇ ਉਹ ਸਾਡੇ ਦੇਸ਼ ਦੀ ਸਿਕਿਉਰਿਟੀ ਦਾ ਸਵਾਲ ਹੋਵੇ, ਚਾਹੇ ਸਾਡੇ ਦੇਸ਼ ਦੀ ਹੈਲਥ ਸਿਸਟਮ ਦੇ ਵਿੱਚ ਹੋਵੇ, ਚਾਹੇ ਮੌਸਮ ਵਿਭਾਗ ਦੇ ਵਿੱਚ ਹੋਵੇ, ਤਾਂ ਇਹਨਾਂ ਸਾਰਿਆਂ ਦੇ ਵਿੱਚ ਇਹ ਜਿਹੜੇ ਸਿਸਟਮ ਆ ਮੇਨ ਰੋਲ ਅਦਾ ਕਰਦੇ ਆ, ਜਿਹਦੇ ਵਿੱਚ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕੀਤੀ ਜਾਂਦੀ ਆ। ਅਤੇ ਐਕਸਪਰਟ ਸਿਸਟਮ ਦੇ ਵਿੱਚ ਸਾਡੇ ਕੋਲ ਆ ਜਾਂਦਾ ਹੈ DENDRAL ਸਿਸਟਮ, ਜਿਹੜਾ ਕਿ ਕੈਮੀਕਲ ਐਨਾਲਿਸਿਸ ਦੇ ਵਿੱਚ ਯੂਜ਼ ਕੀਤਾ ਜਾਂਦਾ। ਇਹ ਵਾਲਾ ਐਕਸਪਰਟ ਸਿਸਟਮ ਆ ਜਿਹੜਾ। ਸੈਕਿੰਡ ਹੈ MYCIN। ਇਹ ਜਿਹੜਾ ਸਿਸਟਮ ਆ ਇਹ ਬਲੱਡ ਇਨਫੈਕਸ਼ਨਸ ਦਾ ਪਤਾ ਲਗਾਉਣ ਦੇ ਲਈ, ਉਹਨੂੰ ਟਰੀਟ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਹੈ CADET। ਇਹ ਜਿਹੜਾ ਐਕਸਪਰਟ ਸਿਸਟਮ ਹੈ ਇਹ ਕੈਂਸਰ ਦਾ ਪਤਾ ਲਗਾਉਣ ਦੇ ਲਈ, ਅਰਲੀ ਸਟੇਜ ਦੇ ਵਿੱਚ ਕੈਂਸਰ ਦਾ ਪਤਾ ਲਗਾਉਣ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਹੈ PXEDS। ਅਤੇ ਜਿਹੜਾ ਇਹ ਐਕਸਪਰਟ ਸਿਸਟਮ ਹੈ ਇਹ ਲੰਗ ਕੈਂਸਰ ਦੀ ਕਿੱਥੇ ਤੱਕ ਦੀ ਪੋਜੀਸ਼ਨ ਹੈਗੀ ਆ ਉਸ ਨੂੰ ਡਿਟੈਕਟ ਕਰਨ ਲਈ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਹੈ ਸਾਡੇ ਕੋਲ ਕੰਪੋਨੈਂਟਸ ਆਫ ਐਕਸਪਰਟ ਸਿਸਟਮ। ਅਤੇ ਐਕਸਪਰਟ ਸਿਸਟਮ ਦੇ ਹਿੱਸਿਆਂ ਦੇ ਵਿੱਚ ਸਾਡੇ ਕੋਲ 3 ਹੈਗੇ ਹਿੱਸੇ: ਯੂਜ਼ਰ ਇੰਟਰਫੇਸ, ਇਨਫਰੈਂਸ ਇੰਜਨ ਅਤੇ ਨੌਲੇਜ ਬੇਸ। ਫਸਟ ਗੱਲ ਕਰਾਂਗੇ ਯੂਜ਼ਰ ਇੰਟਰਫੇਸ ਦੀ। ਇਹ ਇੱਕ ਅਜਿਹਾ ਇੰਟਰਫੇਸ ਆ ਜਿਹੜਾ ਕਿ ਯੂਜ਼ਰ ਅਤੇ ਇਨਫਰੈਂਸ ਇੰਜਨ ਦੇ ਵਿਚਕਾਰ ਹੁੰਦਾ ਹੈ ਅਤੇ ਇਸ ਦੀ ਮਦਦ ਦੇ ਨਾਲ ਜਿਹੜਾ ਯੂਜ਼ਰ ਹੈ ਉਹ ਕੁਐਸ਼ਚਨਸ ਦਿੰਦਾ ਹੈਗਾ ਹੈ ਅਤੇ ਇਨਫਰੈਂਸ ਇੰਜਨ ਆ ਜਿਹੜਾ ਉਹ ਕੁਐਸ਼ਨ ਲੈਂਦਾ ਹੈ। ਅਤੇ ਜਦੋਂ ਰਿਜ਼ਲਟ ਤਿਆਰ ਹੋ ਜਾਂਦਾ ਹੈ ਤਾਂ ਬੈਕ ਦੇ ਵਿੱਚ ਫਿਰ ਇਹ ਜਿਹੜਾ ਵੀ ਆਨਸਰ ਹੈ ਜਿਹੜਾ ਉਹ ਯੂਜ਼ਰ ਨੂੰ ਵਾਪਸ ਭੇਜ ਦਿੰਦਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਕੀ ਹੁੰਦਾ ਇਹਦੇ ਵਿੱਚ ਕਿ ਇਸ ਕੰਪੋਨੈਂਟ ਦੇ ਵਿੱਚ ਜਿਹੜਾ ਇਹ ਵਾਲਾ ਯੂਜ਼ਰ ਇੰਟਰਫੇਸ ਹੈਗਾ ਹੈ ਇਹ ਯੂਜ਼ਰ ਅਤੇ ਇਨਫਰੈਂਸ ਇੰਜਨ ਦੇ ਵਿਚਕਾਰ ਇੱਕ ਇੰਟਰਫੇਸ ਬਣਾ ਕੇ ਰੱਖਦਾ ਹੈ, ਜਿਹਦੀ ਮਦਦ ਦੇ ਨਾਲ ਯੂਜ਼ਰ ਆ ਜਿਹੜਾ ਇਹ ਕੁਐਸ਼ਨ ਦਿੰਦਾ ਹੈ, ਮਤਲਬ ਆਪਣੀ ਜਿਹੜੀ ਕੁਐਰੀ ਹੈਗੀ ਆ, ਜੋ ਵੀ ਉਹਦੀ ਪ੍ਰੋਬਲਮ ਹੈਗੀ ਆ ਉਹ ਇਸ ਇੰਜਨ ਨੂੰ ਦਿੰਦਾ ਹੈ ਅਤੇ ਇੰਜਨ ਆ ਜਿਹੜਾ ਉਹ ਰਿਜ਼ਲਟ ਆ ਜਿਹੜਾ ਉਸ ਤੋਂ ਲੈ ਕੇ ਮਸ਼ੀਨ ਤੋਂ ਲੈ ਕੇ ਯੂਜ਼ਰ ਨੂੰ ਵਾਪਸ ਆਨਸਰ ਦੇ ਰੂਪ ਵਿੱਚ ਦੇ ਦਿੰਦਾ ਹੈ। ਨੈਕਸਟ ਗੱਲ ਕਰਾਂਗੇ ਇਨਫਰੈਂਸ ਇੰਜਨ ਦੀ। ਇਹਨੂੰ ਐਕਸਪਰਟ ਸਿਸਟਮ ਦਾ ਕੋਰ ਕਿਹਾ ਜਾਂਦਾ ਹੈ ਅਤੇ ਇਹ ਕੁਐਰੀਜ਼ ਆ ਜਿਹੜੀ ਯੂਜ਼ਰ ਤੋਂ, ਜਿਵੇਂ ਉੱਪਰ ਆਪਾਂ ਦੇਖ ਕੇ ਆਏ ਹਾਂ ਕਿ ਜਿਹੜੇ ਵੀ ਕੁਐਸ਼ਨ ਹੈਗੇ ਯੂਜ਼ਰ ਤੋਂ ਲੈਂਦਾ ਹੈ ਅਤੇ ਫਿਰ ਜਿਹੜੇ ਵੀ ਸਿੱਟੇ ਆ, ਜਿਹੜੇ ਰਿਜ਼ਲਟ ਹੈਗੇ ਆ ਉਹ ਬਣਾ ਲੈਂਦਾ ਹੈ ਅਤੇ ਉਸ ਤੋਂ ਬਾਅਦ ਜਿਹੜੇ ਵੀ ਫੈਕਟਸ ਹੈਗੇ ਆ ਉਹਨਾਂ ਨੂੰ ਦੇਖ ਕੇ ਅਤੇ ਰੂਲਸ ਨੂੰ ਅਪਲਾਈ ਕਰਦਾ ਹੈ ਅਤੇ ਉਸ ਤੋਂ ਬਾਅਦ ਉਹ ਜਿਹੜੇ ਵੀ ਰਿਜ਼ਲਟ ਹੁੰਦੇ ਆ ਯੂਜ਼ਰ ਇੰਟਰਫੇਸ ਨੂੰ ਵਾਪਸ ਦੇ ਦਿੰਦਾ ਹੈ। ਉਸ ਤੋਂ ਬਾਅਦ ਨੌਲੇਜ ਬੇਸ। ਨੌਲੇਜ ਬੇਸ ਕੀ ਆ, ਇੱਕ ਅਜਿਹੀ ਪਲੇਸ ਹੁੰਦੀ ਆ ਜਿੱਥੇ ਕਿ ਨੌਲੇਜ ਆ ਜਿਹੜੀ ਹਿਊਮਨ ਐਕਸਪਰਟਸ ਤੋਂ ਲੈ ਕੇ ਕਲੈਕਟ ਕਰਕੇ ਰੱਖੀ ਜਾਂਦੀ ਆ ਅਤੇ ਇਨਫਰੈਂਸ ਇੰਜਨ ਚੈੱਕ ਕਰਦਾ ਹੈ ਇਹਨਾਂ ਫੈਕਟਸ ਨੂੰ ਅਤੇ ਜਿਹੜੇ ਵੀ ਡਾਟਾ ਹੁੰਦਾ ਉਹਨੂੰ ਚੈੱਕ ਕਰਦਾ ਨੌਲੇਜ ਬੇਸ ਦੇ ਉੱਤੋਂ ਅਤੇ ਫਿਰ ਆ ਜਿਹੜੇ ਰਿਜ਼ਲਟ ਆ ਤਿਆਰ ਕਰਦਾ ਹੈ। ਨੈਕਸਟ ਗੱਲ ਕਰਾਂਗੇ ਆਪਾਂ ਕਰੈਕਟਰਿਸਟਿਕਸ ਆਫ ਐਕਸਪਰਟ ਸਿਸਟਮ। ਐਕਸਪਰਟ ਸਿਸਟਮ ਦੀਆਂ ਕੀ ਵਿਸ਼ੇਸ਼ਤਾਵਾਂ ਹੈ। ਐਕਸਪਰਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਪਹਿਲਾਂ ਹੈਗਾ ਸਾਡੇ ਕੋਲ ਐਕਸਪਰਟਾਈਜ਼। ਐਕਸਪਰਟ ਸਿਸਟਮ ਆਪਣੇ ਆਪ ਦੇ ਵਿੱਚ ਐਕਸਪਰਟ ਹੁੰਦਾ ਹੈ
ਤੇ ਇੱਕ ਅਜਿਹਾ ਪਾਰਟਿਕੂਲਰ ਏਰੀਆ ਹੁੰਦਾ ਹੈ ਜਿੱਥੇ ਕਿ ਐਕਸਪਰਟ ਆ ਜਿਹੜੇ ਆਪਣਾ ਇਸ ਸਿਸਟਮ ਦੇ ਉੱਤੇ ਕੋਈ ਵੀ ਮੁਲਾਂਕਣ ਕਰਦੇ ਆ ਕਿਸੇ ਵੀ ਚੀਜ਼ ਦਾ, ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈਗੀ ਆ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਫੀਲਡ ਹੋਵੇ। ਜਿਵੇਂ ਕਿ ਇੱਥੇ ਇਨਫੈਕਸ਼ਨ ਆ ਜਿਹੜੀ ਬਲੱਡ ਦੇ ਵਿੱਚ, ਉਹਦਾ ਪਤਾ ਲਗਾਉਣ ਦੇ ਲਈ ਇਹਨੂੰ ਯੂਜ਼ ਕੀਤਾ ਜਾ ਰਿਹਾ ਹੈ। ਸੋ ਇਹ ਜਿਹੜੇ ਹੈਗੇ ਹਾਈ ਲੈਵਲ ਦੇ ਸਿਸਟਮ ਹੁੰਦੇ ਆ ਜਿਨ੍ਹਾਂ ਨੂੰ ਐਕਸਪਰਟਸ ਦੇ ਦੁਆਰਾ ਯੂਜ਼ ਕੀਤਾ ਜਾਂਦਾ ਹੈ। ਸੈਕਿੰਡ ਗੱਲ ਕਰਦੇ ਹਾਂ ਕੁਇਕ ਰਿਐਕਸ਼ਨ ਟਾਈਮ। ਐਕਸਪਰਟ ਸਿਸਟਮ ਜਿਹੜਾ ਹੈਗਾ ਹੈ ਆਪਣੇ ਜਿਹੜੇ ਰਿਸਪੌਂਸ ਹੈਗੇ ਆ ਉਹ ਬੜੀ ਜਲਦੀ ਦੇ ਨਾਲ ਬੜੇ ਹੀ ਥੋੜ੍ਹੇ ਟਾਈਮ ਦੇ ਵਿੱਚ ਦਿੰਦਾ ਹੈ। ਜੋ ਵੀ ਨਤੀਜੇ ਹੈਗੇ ਆ, ਜਿਹੜੇ ਵੀ ਯੂਜ਼ਰ ਦੁਆਰਾ ਕੁਐਸਚਨ ਪੁੱਛੇ ਜਾਂਦੇ ਆ, ਉਹਨਾਂ ਦਾ ਜਿਹੜਾ ਆਨਸਰ ਹੈ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਦੇ ਦਿੰਦਾ ਹੈ। ਇਹ ਫਲੈਕਸੀਬਲ ਆ ਬਹੁਤ ਜ਼ਿਆਦਾ, ਕਿਸੇ ਵੀ ਕੁਐਸਚਨ ਨੂੰ ਇਹ ਬੜੀ ਈਜ਼ੀਲੀ ਫਲੈਕਸੀਬਲ ਤਰੀਕੇ ਦੇ ਨਾਲ ਸੋਲਵ ਕਰ ਦਿੰਦੇ ਆ। ਰੇਲੀਏਬਲ ਆ, ਇਹ ਰੇਲੀਏਬਿਲਟੀ ਇਹਦੀ ਇੱਕ ਮੇਨ ਖਾਸੀਅਤ ਹੈਗੀ ਆ, ਬਹੁਤ ਜ਼ਿਆਦਾ ਰੇਲੀਏਬਲ ਆ ਕਿਉਂਕਿ ਇਹ ਕੋਈ ਵੀ ਗਲਤੀ ਨਹੀਂ ਕਰਦੇ। ਡਿਸੀਜ਼ਨ ਕੁਆਲਿਟੀ ਇਹਨਾਂ ਦੀ ਬਹੁਤ ਵਧੀਆ ਹੈ, ਕੋਈ ਵੀ ਨਤੀਜਾ ਹੈ, ਕੋਈ ਵੀ ਰਿਜ਼ਲਟ ਆ ਐਕਸਪਰਟ ਸਿਸਟਮ ਦੇ ਦੁਆਰਾ ਬੜੀ ਹੀ ਵਧੀਆ ਤਰੀਕੇ ਦੇ ਨਾਲ ਇਹ ਜਿਹੜੇ ਡਿਸੀਜ਼ਨ ਆ ਉਹ ਲਏ ਜਾਂਦੇ ਆ। ਕੰਸਿਸਟੈਂਟ ਆ ਇਹ, ਤੇ ਇਹ ਵਧੀਆ ਜਿਹੜੇ ਆਨਸਰ ਹੈਗੇ ਆ ਉਹ ਸੇਮ ਕੁਐਸਚਨ ਦੇ ਲਈ ਵੀ ਉਸ ਚੀਜ਼ ਨੂੰ ਆਪਣੇ ਆਪ ਸੋਲਵ ਕਰਦਾ ਹੈ। ਜੋ ਸੇਮ ਕੁਐਸਚਨ ਹੈਗੇ ਆ ਤੇ ਉਹਦੇ ਅਕੋਰਡਿੰਗ ਹੀ ਇਹ ਆਨਸਰ ਆ ਜਿਹੜੇ ਦਿੰਦੇ ਆ। ਕੋਸਟ ਇਫੈਕਟਿਵ ਆ, ਇਹਨਾਂ 'ਤੇ ਖਰਚਾ ਬਹੁਤ ਘੱਟ ਆਉਂਦਾ ਹੈ ਤੇ ਰਿਜ਼ਲਟ ਆ ਜਿਹੜਾ ਐਕਸਪਰਟਸ ਨੂੰ ਬੜੀ ਆਸਾਨੀ ਦੇ ਨਾਲ ਮਿਲ ਜਾਂਦਾ ਹੈ। ਬਿਮਾਰੀਆਂ ਦਾ ਪਤਾ ਹੈ ਜਿਹੜਾ ਬੜੀ ਆਸਾਨੀ ਦੇ ਨਾਲ ਲੱਗ ਜਾਂਦਾ ਹੈ ਇਹਨਾਂ ਐਕਸਪਰਟ ਸਿਸਟਮ ਨੂੰ ਯੂਜ਼ ਕਰਕੇ। ਸਕਸੈਸਫੁਲ ਫਾਰਮਸ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ। ਐਕਸਪਰਟ ਸਿਸਟਮ ਆ ਜਿਹੜੇ ਇਹ ਸਾਰੇ ਹੀ ਖੇਤਰਾਂ ਦੇ ਵਿੱਚ ਬੜੀ ਸਕਸੈਸਫੁਲੀ ਯੂਜ਼ ਕੀਤੇ ਜਾਂਦੇ ਆ ਤੇ ਜਿਨ੍ਹਾਂ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਸੌਫਟਵੇਅਰ ਆ ਜਿਹੜੇ ਉਹ ਯੂਜ਼ ਕੀਤੇ ਜਾਂਦੇ ਆ। ਨੈਕਸਟ ਗੱਲ ਕਰਦੇ ਆ ਆਪਾਂ ਲਿਮੀਟੇਸ਼ਨਸ ਆਫ ਐਕਸਪਰਟ ਸਿਸਟਮ ਦੀਆਂ। ਕੀ ਲਿਮੀਟੇਸ਼ਨਸ ਆ, ਕੀ ਹੱਦਾਂ ਹੈ, ਕਿੱਥੇ ਇਹ ਯੂਜ਼ ਕੀਤੇ ਜਾ ਸਕਦੇ ਆ, ਕਿੱਥੋਂ ਤੱਕ ਯੂਜ਼ ਕੀਤੇ ਜਾ ਸਕਦੇ ਆ ਤੇ ਜਿਸ ਤੋਂ ਅੱਗੇ ਨਹੀਂ ਕੀਤੇ ਜਾ ਸਕਦੇ। ਫਸਟ ਹੈ ਡੋਂਟ ਹੈਵ ਹਿਊਮਨ ਲਾਈਕ ਡਿਸੀਜ਼ਨ ਮੇਕਿੰਗ ਪਾਵਰ। ਇਹਨਾਂ ਦੇ ਕੋਲ ਮਨੁੱਖਾਂ ਦੀ ਤਰ੍ਹਾਂ ਨਿਰਣੇ ਲੈਣ ਦੀ ਸਮਰੱਥਾ ਨਹੀਂ ਹੈਗੀ। ਕਾਂਟ ਪੋਸੈਸਸ ਹਿਊਮਨ ਕੈਪੇਬਿਲਿਟੀ। ਜਿਸ ਤਰੀਕੇ ਦੇ ਨਾਲ ਮਨੁੱਖ ਆ ਜਿਹੜੇ ਕਿਸੇ ਵੀ ਚੀਜ਼ ਨੂੰ ਰਿਐਕਟ ਕਰਦੇ ਆ ਤਾਂ ਉਹ ਵਾਲੀਆਂ ਕੈਪੇਬਿਲਿਟੀਜ਼ ਇਹਨਾਂ ਸਿਸਟਮ ਦੇ ਵਿੱਚ ਨਹੀਂ ਹੁੰਦੀਆਂ ਤੇ ਇਹ ਜਿਹੜੇ ਰਿਜ਼ਲਟ ਹੈਗੇ ਆ ਜੇ ਇਹਨਾਂ ਦੇ ਵਿੱਚ ਮਤਲਬ ਜੇ ਜਿਸ ਤਰੀਕੇ ਦਾ ਕੋਈ ਐਕਸਪਰਟ ਕਿਸੇ ਸਿਸਟਮ ਤੋਂ ਕੋਈ ਕੰਮ ਲੈ ਰਿਹਾ ਹੈ ਤਾਂ ਉਹ ਡਿਪੈਂਡ ਕਰਦਾ ਉਸ ਐਕਸਪਰਟ ਦੇ ਉੱਤੇ ਕਿ ਜਿੰਨੀ ਕੁ ਉਹਨੂੰ ਨੌਲੇਜ ਹੈਗੀ ਆ ਤਾਂ ਉਨੀ ਨੌਲੇਜ ਉੱਥੇ ਫਿਲ ਕਰੂਗਾ ਤੇ ਉਹਨੂੰ ਉਹਦੇ ਅਕੋਰਡਿੰਗ ਇਹਨੂੰ ਰਿਜ਼ਲਟ ਮਿਲ ਜੂਗਾ। ਤੇ ਜੇਕਰ ਉਹ ਘੱਟ ਨੌਲੇਜ ਦਾ ਹੈਗਾ ਐਕਸਪਰਟ ਤਾਂ ਉਹਦੇ ਅਕੋਰਡਿੰਗ ਉਹਨੂੰ ਰਿਜ਼ਲਟ ਮਿਲੂਗਾ। ਮਤਲਬ ਜਿਹੋ ਜਿਹਾ ਅਸੀਂ ਉਹਦੇ ਵਿੱਚ ਇਨਪੁਟ ਕਰਾਂਗੇ ਉਹੋ ਜਿਹਾ ਹੀ ਸਾਨੂੰ ਰਿਜ਼ਲਟ ਮਿਲੂਗਾ। ਰਿਕੁਆਇਰਸ ਐਗਜ਼ੈਸਿਵ ਟ੍ਰੇਨਿੰਗ। ਇਹਦੇ ਲਈ ਇਹਨਾਂ ਐਕਸਪਰਟ ਸਿਸਟਮ 'ਤੇ ਕੰਮ ਕਰਨ ਦੇ ਲਈ ਸਾਨੂੰ ਟ੍ਰੇਨਿੰਗ ਦੀ ਜਾਂ ਜਿਹੜੇ ਵੀ ਐਕਸਪਰਟ ਹੈਗੇ ਉਹਨਾਂ ਨੂੰ ਟ੍ਰੇਨਿੰਗ ਦੀ ਲੋੜ ਹੁੰਦੀ ਆ, ਟ੍ਰੇਨਿੰਗ ਲੈਣੀ ਪੈਂਦੀ ਆ। ਕੰਪੈਰੀਜ਼ਨ ਬਿਟਵੀਨ ਹਿਊਮਨ ਐਂਡ ਐਕਸਪਰਟ ਸਿਸਟਮ। ਇਹ ਆਪਾਂ ਅੱਗੇ ਉੱਪਰ ਪੜ੍ਹੀ ਆਏ ਹਾਂ ਕਿ ਹਿਊਮਨਸ ਦੇ ਵਿੱਚ ਤੇ ਐਕਸਪਰਟ ਸਿਸਟਮ ਦੇ ਵਿੱਚ ਕੀ ਫਰਕ ਹੈਗਾ। ਇਹ ਹਿਊਮਨਸ ਕੀ ਕਰ ਸਕਦੇ ਆ, ਕਿਸੇ ਵੀ ਤਰ੍ਹਾਂ ਦੀ ਜਿਹੜੀ ਡਿਸੀਜ਼ਨ ਆ ਉਹ ਲੈ ਸਕਦੇ ਹੈਗੇ ਆ, ਈਜ਼ਲੀ ਟਰਾਂਸਫਰ ਹੋ ਸਕਦੇ, ਕਿਸੇ ਵੀ ਜਗ੍ਹਾ 'ਤੇ ਜਾ ਸਕਦੇ ਆ। ਐਕਸਪੈਂਸਿਵ ਜਿਹੜੇ ਹਿਊਮਨ ਐਕਸਪਰਟਸ ਆ ਉਹ ਐਕਸਪੈਂਸਿਵ ਹੁੰਦੇ ਆ, ਠੀਕ ਹੈ। ਅਤੇ ਜਿਹੜੇ ਐਕਸਪਰਟ ਸਿਸਟਮ ਆ ਇਹ ਪਰਮਾਨੈਂਟ ਹੁੰਦੇ ਆ ਅਤੇ ਕੰਸਿਸਟੈਂਟ ਹੁੰਦੇ ਆ। ਈਜ਼ਲੀ ਟਰਾਂਸਫਰ ਆਪਾਂ ਕਿਤੇ ਵੀ ਇਹਨਾਂ ਨੂੰ ਲਿਜਾ ਸਕਦੇ ਹਾਂ ਆਸਾਨੀ ਦੇ ਨਾਲ ਅਤੇ ਇਹਨਾਂ 'ਤੇ ਖਰਚਾ ਜਿਹੜਾ ਹਿਊਮਨਸ ਦੇ ਨਾਲੋਂ ਘੱਟ ਆਉਂਦਾ ਏ। ਨੈਕਸਟ ਗੱਲ ਹੋ ਰਹੀ ਹੈ ਰੋਬੋਟਿਕਸ ਦੀ। ਰੋਬੋਟਿਕਸ ਅੱਜ ਦੇ ਯੁੱਗ ਦੇ ਵਿੱਚ ਯੂਜ਼ ਕੀਤਾ ਜਾਣ ਵਾਲਾ ਸਭ ਤੋਂ ਵੱਖਰਾ ਅਤੇ ਨਿਊ ਵਿਸ਼ਾ ਕਹਿ ਸਕਦੇ ਹਾਂ ਕਿਉਂਕਿ ਰੋਬੋਟਸ ਆ ਜਿਹੜੇ ਉਹ ਹਰ ਫੀਲਡ ਦੇ ਵਿੱਚ ਆਪਣੇ ਕੰਮ ਕਰਵਾਉਣ ਦੇ ਲਈ ਯੂਜ਼ ਕੀਤੇ ਜਾ ਰਹੇ ਆ। ਅਤੇ ਜਿਹੜੀ ਇਹ ਟਰਮ ਹੈ ਰੋਬੋਟਿਕਸ ਇਹ ਸਟੱਡੀ ਹੈਗੀ ਆ ਰੋਬੋਟਸ ਦੀ। ਰੋਬੋਟਿਕਸ ਦਾ ਮਤਲਬ ਹੈਗਾ ਹੈ ਡਿਜ਼ਾਈਨਿੰਗ, ਕ੍ਰੀਏਟਿੰਗ ਅਤੇ ਯੂਜ਼ੇਬਿਲਿਟੀ ਹੈਗੀ ਜਿਹੜੀ ਰੋਬੋਟ ਮਤਲਬ ਇਹਦੇ ਵਿੱਚ ਰੋਬੋਟਸ ਨੂੰ ਬਣਾਇਆ ਜਾਂਦਾ ਹੈ, ਪ੍ਰੋਗਰਾਮਿੰਗ ਉਹਨਾਂ ਦੀ ਕੀਤੀ ਜਾਂਦੀ ਹੈ ਅਤੇ ਜੋ ਵੀ ਅਸੀਂ ਕੰਮ ਕਰਵਾਉਣਾ ਹੁੰਦਾ ਹੈ ਰੋਬੋਟਸ ਦੇ ਦੁਆਰਾ ਉਹਦੇ ਅਕੋਰਡਿੰਗ ਉਹਦੀ ਪ੍ਰੋਗਰਾਮਿੰਗ ਕਰਕੇ ਉਹ ਜਿਹੜਾ ਕੰਮ ਹੈ ਉਹ ਜਿਹੜਾ ਟਾਸਕ ਹੈ ਪੂਰਾ ਕਰਵਾਇਆ ਜਾ ਸਕਦਾ ਹੈ। ਰੋਬੋਟਸ ਆ ਜਿਹੜੇ ਹਰ ਫੀਲਡ ਦੇ ਵਿੱਚ, ਚਾਹੇ ਉਹ ਰੈਸਟੋਰੈਂਟ ਹੋਵੇ, ਚਾਹੇ ਉਹ ਮੈਡੀਕਲ ਫੀਲਡ ਹੋਸਪਿਟਲ ਹੋਣ, ਉਹਨਾਂ ਸਰਜਰੀ ਕਰਨ ਦੇ ਲਈ ਵੀ ਰੋਬੋਟਸ ਆ ਜਿਹੜੇ ਯੂਜ਼ ਕੀਤੇ ਜਾ ਰਹੇ ਹੈਗੇ ਆ। ਆਰਮੀ ਦੇ ਵਿੱਚ ਸਿਕਿਉਰਿਟੀ ਪਰਪਸ ਦੇ ਲਈ ਇਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈਗਾ ਏ। ਹਰ ਤਰ੍ਹਾਂ ਦੇ ਫੀਲਡ ਦੇ ਵਿੱਚ ਰੋਬੋਟਿਕਸ ਆ ਜਿਹੜੇ ਯੂਜ਼ ਕੀਤੇ ਜਾ ਰਹੇ ਆ ਅਤੇ ਜਿਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਨੈਨੋ ਟੈਕਨੋਲੋਜੀ, ਕੰਪਿਊਟਰ ਸਾਇੰਸ ਆ ਇਹ ਸਾਰਾ ਕੁਛ ਯੂਜ਼ ਕੀਤਾ
ਜਾਂਦਾ ਹੈ। ਇਹ ਬਹੁਤ ਯੂਜ਼ਫੁਲ ਆ ਹਿਊਮਨਸ ਦੇ ਲਈ ਕਿਉਂਕਿ ਉਹ ਹਰ ਤਰ੍ਹਾਂ ਦੀ ਹੈਲਪ ਕਰਦੇ ਆ ਜੋ ਵੀ ਮਨੁੱਖ ਚਾਹੁੰਦਾ ਹੈ। ਜਨਰੇਸ਼ਨ ਆਫ ਰੋਬੋਟਸ ਦੀਆਂ ਕਿਹੜੀਆਂ ਜਨਰੇਸ਼ਨਸ ਆ ਤਾਂ ਰੋਬੋਟਸ ਆ ਜਿਹੜੇ 4 ਜਨਰੇਸ਼ਨਸ ਦੇ ਵਿੱਚ ਵੰਡੇ ਗਏ ਆ ਅਤੇ ਡਿਪੈਂਡ ਕਰਦਾ ਹੈ ਉਹਨਾਂ ਦੀ ਹਾਰਡਵੇਅਰ ਅਤੇ ਸੋਫਟਵੇਅਰ ਟੈਕਨੋਲੋਜੀਜ਼ ਦੇ ਉੱਤੇ। ਅਤੇ ਇਹਦੇ ਵਿੱਚ ਫਸਟ ਜਨਰੇਸ਼ਨ, ਸੈਕਿੰਡ ਜਨਰੇਸ਼ਨ, ਥਰਡ ਜਨਰੇਸ਼ਨ ਅਤੇ ਫੋਰਥ ਜਨਰੇਸ਼ਨ 4 ਜਨਰੇਸ਼ਨਸ ਆ। ਫਸਟ ਜਨਰੇਸ਼ਨ ਜਿਹੜੀ 1980 ਤੋਂ ਪਹਿਲਾਂ ਦੀ ਜਨਰੇਸ਼ਨ ਆ। ਸੈਕਿੰਡ ਜਨਰੇਸ਼ਨ 1980 ਤੋਂ ਲੈ ਕੇ 1990 ਤੱਕ ਦੀ ਜਨਰੇਸ਼ਨ, ਉਸ ਟਾਈਮ ਦੇ ਵਿੱਚ ਜਿਹੜੇ ਰੋਬੋਟਸ ਆਏ ਸੀ। ਥਰਡ ਜਨਰੇਸ਼ਨ 1990 ਤੋਂ ਬਾਅਦ ਵਾਲੀ ਅਤੇ ਫੋਰਥ ਜਨਰੇਸ਼ਨ 2000 ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਰੋਬੋਟਸ ਆ ਰਹੇ ਹੈਗੇ ਆ ਉਹ ਇਹਨਾਂ ਦੀਆਂ ਜਨਰੇਸ਼ਨਸ ਬਣੀਆਂ ਹੋਈਆਂ ਹੈ। ਅਤੇ ਉਸ ਤੋਂ ਬਾਅਦ ਐਪਲੀਕੇਸ਼ਨਸ ਆਫ ਰੋਬੋਟਿਕਸ ਤਾਂ ਮੈਂ ਪਹਿਲਾਂ ਬਾਰ ਕਹਿ ਚੁੱਕੀ ਹਾਂ ਕਿ ਹਰ ਫੀਲਡ ਦੇ ਵਿੱਚ ਜਿਵੇਂ ਮਿਲਟਰੀ ਰੋਬੋਟਸ, ਰਿਸਰਚ ਦੇ ਲਈ, ਡੋਮੈਸਟਿਕ ਦੇ ਮਤਲਬ ਹਾਊਸ ਹੋਲਡ ਦੇ ਵਿੱਚ ਮਤਲਬ ਘਰਾਂ ਦੇ ਵਿੱਚ ਕੰਮ ਕਰਨ ਦੇ ਲਈ ਯੂਜ਼ ਕੀਤੇ ਜਾਂਦੇ ਆ। ਕੰਸਟਰਕਸ਼ਨ ਰੋਬੋਟਸ ਆ, ਜਿੱਥੇ ਕਿਤੇ ਵੀ ਕੋਈ ਕੰਸਟਰਕਸ਼ਨ ਚੱਲ ਰਹੀ ਹੁੰਦੀ ਹੈ ਬਿਲਡਿੰਗਸ ਦੀ ਤਾਂ ਉੱਥੇ ਵੀ ਇਹਨਾਂ ਨੂੰ ਯੂਜ਼ ਕੀਤਾ ਜਾਂਦਾ। ਹੈਲਥ ਕੇਅਰ ਰੋਬੋਟਸ ਆ, ਇੰਡਸਟਰੀਅਲ ਰੋਬੋਟਸ ਹੁੰਦੇ ਆ, ਸਪੇਸ ਐਕਸਪਲੋਰੇਸ਼ਨ, ਮਤਲਬ ਹਰ ਫੀਲਡ ਦੇ ਵਿੱਚ ਇਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈ। ਨੈਕਸਟ ਹੈ ਸਮ ਲੈਂਗੁਏਜਸ ਯੂਜ਼ਡ ਟੂ ਡਿਵੈਲਪ AI। ਕੁਛ ਲੈਂਗੁਏਜਸ ਹੈਗੀਆਂ ਹੈ ਜਿਨ੍ਹਾਂ ਦੇ ਕਰਕੇ AI ਆ ਉਹਦੇ ਵਿੱਚ ਇਹਨਾਂ ਲੈਂਗੁਏਜਸ ਨੂੰ ਯੂਜ਼ ਕੀਤਾ ਜਾਂਦਾ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਡਿਵੈਲਪ ਕਰਨ ਦੇ ਲਈ। ਤਾਂ ਕਿਹੜੀਆਂ ਹੈ ਪਾਈਥਨ, R, ਲਿਸਪ, ਪ੍ਰੋਲੋਗ ਅਤੇ ਜਾਵਾ। ਇਹ ਕੁਝ ਖਾਸ ਲੈਂਗੁਏਜਸ ਆ ਜਿਨ੍ਹਾਂ ਦੀ ਹੈਲਪ ਲਈ ਜਾਂਦੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲਈ। ਪਾਈਥਨ ਕੀ ਆ, ਬਹੁਤ ਜ਼ਿਆਦਾ ਵਾਈਡਲੀ ਯੂਜ਼ ਕੀਤੀ ਜਾਣ ਵਾਲੀ ਲੈਂਗੁਏਜ ਆ ਅਤੇ ਕਿਉਂਕਿ ਇਹ ਸਿੰਪਲ ਬਹੁਤ ਆ, ਇਹਦੇ ਸਿੰਟੈਕਸ ਆ ਬੜੀ ਆਸਾਨੀ ਦੇ ਨਾਲ ਯਾਦ ਹੋ ਜਾਂਦੇ ਆ, ਬੜੀ ਆਸਾਨੀ ਨਾਲ ਸਿੱਖੀ ਜਾ ਸਕਦੀ ਆ। ਅਤੇ R ਵੀ ਇੱਕ ਲੈਂਗੁਏਜ ਆ ਅਤੇ ਇਹ ਵੀ ਬਹੁਤ ਇਫੈਕਟਿਵ ਲੈਂਗੁਏਜ ਆ ਅਤੇ ਇਹ ਐਨਾਲਾਈਜ਼ ਕਰਨ ਦੇ ਲਈ, ਮੈਨੂਪਲੇਟ ਕਰਨ ਦੇ ਲਈ ਡਾਟਾ ਜਿਹੜਾ ਹੈਗਾ ਉਹਦੇ ਲਈ ਯੂਜ਼ ਕੀਤੀ ਜਾਂਦੀ ਆ। ਲਿਸਪ ਵੀ ਇੱਕ ਲੈਂਗੁਏਜ ਆ, ਮਤਲਬ ਇੱਕ ਇਹ ਸਾਰੀਆਂ ਕੰਪਿਊਟਰ ਲੈਂਗੁਏਜਸ ਦੇ ਨਾਂ ਹੈ। ਅਤੇ ਲਿਸਪ ਆ ਜਿਹੜੀ ਇਹ ਵੀ ਬਹੁਤ ਪੁਰਾਣੀ ਲੈਂਗੁਏਜ ਹੈਗੀ ਆ ਅਤੇ ਮੋਸਟ ਸੂਟੇਬਲ ਲੈਂਗੁਏਜ ਆ ਕਾਹਦੇ ਲਈ AI ਮਤਲਬ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲਈ ਬਹੁਤ ਹੀ ਸੂਟੇਬਲ ਲੈਂਗੁਏਜ ਆ। ਅਤੇ ਇਨਵੈਂਟ ਕੀਤੀ ਗਈ ਸੀਗੀ ਜੌਨ MC ਕਾਰਥੀ ਦੁਆਰਾ ਜਿਹੜਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਪਿਤਾਮਾ ਹੈ ਅਤੇ ਉਹਨਾਂ ਨੇ 1958 ਦੇ ਵਿੱਚ ਲਿਸਪ ਨੂੰ ਡਿਵੈਲਪ ਕੀਤਾ ਸੀ। ਉਸ ਤੋਂ ਬਾਅਦ ਪ੍ਰੋਲੋਗ ਵੀ ਇੱਕ ਵੱਡੇ ਪੱਧਰ 'ਤੇ ਯੂਜ਼ ਕੀਤੀ ਜਾਣ ਵਾਲੀ ਲੈਂਗੁਏਜ ਆ ਜਿਹੜੀ ਕਿ ਮੈਡੀਕਲ ਪ੍ਰੋਜੈਕਟਸ ਬਣਾਉਣ ਦੇ ਲਈ ਯੂਜ਼ ਕੀਤੀ ਜਾਂਦੀ ਆ ਜਾਂ ਫਿਰ ਐਕਸਪਰਟ ਸਿਸਟਮ ਦੇ ਵਿੱਚ ਡਿਜ਼ਾਈਨਿੰਗ ਦੇ ਲਈ ਐਕਸਪਰਟ ਸਿਸਟਮ ਦੀ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਹੈ ਜਾਵਾ ਵੀ ਇੱਕ ਵਧੀਆ ਚੋਇਸ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਡਿਵੈਲਪਮੈਂਟ ਦੇ ਲਈ। ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜੀ ਇਹਦੇ ਵਿੱਚ ਕਈ ਚੀਜ਼ਾਂ ਦੇ ਲਈ ਜਾਵਾ ਨੂੰ ਯੂਜ਼ ਕੀਤਾ ਜਾਂਦਾ ਹੈ ਅਤੇ ਇਹ ਵੀ ਇੱਕ ਲੈਂਗੁਏਜ ਹੈ ਜਿਹੜੀ ਕਈ ਥਾਵਾਂ 'ਤੇ ਯੂਜ਼ ਕੀਤੀ ਜਾਂਦੀ ਹੈ। ਸੋ ਇਹ ਸੀ ਅੱਜ ਦਾ ਇਹ ਚੈਪਟਰ। ਉਮੀਦ ਹੈ ਕਿ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਅਤੇ ਜੇ ਤੁਹਾਨੂੰ ਸਮਝ ਲੱਗ ਰਹੀ ਹੈ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਥੈਂਕ ਯੂ।